हेलो। हाँ जी मैम, नमस्कार जी। नमस्ते मैडम जी। जी हाँ, स्क्रीन शेयर कर दीजिए। हाँ जी, देखो मैडम हो रही स्क्रीन शेयर। जी मैम, हो गई है जी। सत श्री अकाल सारिਆਂ ਨੂੰ। मैं मनजीत कौर ITI हरियाणा जिला हुशियारपुर तो आप सब का तह दिलों स्वागत करते हैं। सारे सिखियार्थियों ਨੂੰ ਤੇ ਸਾਰੇ ਜਿਹੜੇ ਆ ਨਾਲ ਜੁੜੇ ਹੋਏ ਜਿਹੜੇ ਆ ਸਟਾਫ ਮੈਂਬਰ ਆ ਤੇ ਹੋਰ ਉੱਚ ਅਧਿਕਾਰੀ ਆ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ। ਖਾਸ ਕਰਕੇ ਜਿਹੜੇ ਸਾਡੇ ਜਿਹੜੇ ਡਿਪਟੀ ਡਾਇਰੈਕਟਰ ਸਾਹਿਬ ਤੇ ਟ੍ਰੇਨਿੰਗ ਆਫਿਸਰ ਦੀ ਸਾਰੀ ਟੀਮ ਆ ਤੇ ਜਿਹੜੀ ਆ ਸਾਰੀ ਸਾਨੂੰ ਇਸ ਪਲੇਟਫਾਰਮ ਤੇ ਜੋੜਨ ਵਾਲੀ ਜਿਹੜੀ ਆ ਸਮੁੱਚੀ ਟੀਮ ਆ, ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇਸ ਨਿਮੀ ਚੈਨਲ ਦੇ ਜ਼ਰੀਏ ਆਪਣੀ ਸਟੱਡੀ ਨੂੰ ਬਰਕਰਾਰ ਰੱਖਣ ਦਾ ਤੇ ਬੱਚਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਜਿਵੇਂ ਅੱਜ ਕੱਲ੍ਹ ਐਡਮਿਸ਼ਨਾਂ ਦੇ ਦਿਨ ਚੱਲ ਰਹੇ ਹਨ ਤੇ ਸਾਰੇ ਸਿਖਿਆਰਥੀਆਂ ਨੂੰ ਇਹ ਰਿਕੁਐਸਟ ਹੈ ਜਾਂ ਬਣਦੀ ਆ ਕਿ ਤੁਸੀਂ ਆਪਣੇ ਨਜ਼ਦੀਕੀਆਂ ਨੂੰ, ਭੈਣਾਂ ਭਰਾਵਾਂ ਨੂੰ, ਜਾਣ ਗੁਆਂਢ ਦੇ ਜਾਂ ਰਿਸ਼ਤੇਦਾਰਾਂ ਨੂੰ ਤੁਸੀਂ ਵੀ ਇਹ ਲੋਕਡਾਊਨ ਦੇ ਜਿਹੜੇ ਆ ਮਹਾਮਾਰੀ ਦੇ ਸਮੇਂ ਦੇ ਵਿੱਚ ਆ ਆਪ ਸਾਰਿਆਂ ਨੂੰ ਤੁਸੀਂ ਇਸ ਐਡਮਿਸ਼ਨ ਦੇ ਪ੍ਰਤੀ ਜਾਗਰੂਕ ਕਰਨ ਦੇ ਵਿੱਚ ਜਿਹੜੀ ਉਹਨਾਂ ਦੀ ਵੀ ਤੇ ਬਾਕੀ ਆਪਣੇ ਸੰਸਥਾ ਦੀ ਵੀ ਤੁਸੀਂ ਜ਼ਿੰਮੇਵਾਰੀ ਸਮਝ ਕੇ ਸਾਰਿਆਂ ਨੂੰ ਇਸ ਪ੍ਰਤੀ ਗਾਈਡ ਕਰੋ। ਜੇ ਕੋਈ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਆ ਤੇ ਕਿਤੇ ਵੀ ਤੁਸੀਂ ਦੇਖੋ ਸਾਰੀਆਂ ਸਰਕਾਰੀ ITI ਦੇ ਵਿੱਚ ਸਟਾਫ ਉਪਲਬਧ ਹੈ ਤੇ ਉੱਥੇ ਉਹ ਤੁਹਾਨੂੰ ਇਸ ਦੇ ਪ੍ਰਤੀ ਜਾਣਕਾਰੀ ਦੇ ਸਕਦੇ ਆ ਜੋ ਵੀ ਤੁਸੀਂ ਇਸ ਸੰਬੰਧੀ ਐਡਮਿਸ਼ਨ ਦੇ ਸੰਬੰਧੀ ਪਤਾ ਕਰਨਾ ਚਾਹੋ। ਹੁਣ ਅਸੀਂ ਬੇਟਾ ਪਿਛਲੇ ਲੈਸਨ ਦੇ ਵਿੱਚ ਅਸੀਂ ਜਿਹੜਾ ਆ ਹੱਥ ਦੇ ਜਿਹੜੇ ਆ ਕਢਾਈ ਦੇ ਟਾਂਕੇ ਸਿੱਖੇ ਸੀ ਤੇ ਬੇਸਿਕ ਜਿਹੜੇ ਆ ਅਸੀਂ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਕੱਪੜੇ ਨੂੰ ਹੋਰ ਖੂਬਸੂਰਤ ਬਣਾਉਣ ਲਈ ਜਿਹੜੇ ਆ ਵੱਖ-ਵੱਖ ਜਿਹੜੇ ਆ ਟਾਂਕੇ ਆ ਬੇਸਿਕ ਆ ਉਹਨਾਂ ਦੀ ਵਰਤੋਂ ਅਸੀਂ ਕਰਦੇ ਆ। ਉਹਨਾਂ ਨੂੰ ਅਸੀਂ ਦੇਖਿਆ ਸੀਗਾ ਕਿ ਆਮ ਜਿਹੜਾ ਨਾਰਮਲ ਜ਼ਿੰਦਗੀ ਦੇ ਵਿੱਚ ਆ ਫਿਰ ਟ੍ਰੇਨਿੰਗ ਪ੍ਰਾਪਤ ਕੀਤਾ ਬੱਚਾ ਵੀ ਤੇ ਉਹਨੂੰ ਆਮ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਜੋ ਸਜਾਵਟੀ ਕੰਮ ਕਰਦੇ ਆ ਘਰ ਦੇ ਫੈਂਸੀ ਆ ਚਾਹੇ ਉਹ ਫਿਰ ਸਾਡੇ ਪਾਉਣ ਵਾਲੇ ਵਸਤਰ ਆ ਜਾਂ ਅਸੀਂ ਕੋਈ ਵੀ ਜਿਹੜਾ ਡੈਕੋਰੇਸ਼ਨ ਪੀਸ ਤਿਆਰ ਕਰਨਾ ਉਹਨਾਂ ਦੀ ਅਸੀਂ ਵਰਤੋਂ ਕਰਦੇ ਆ। ਇਸ ਤਰ੍ਹਾਂ ਹੀ ਬੇਟੇ ਅੱਜ ਅਸੀਂ ਜਿਹੜੇ ਅਸੀਂ ਬੇਸਿਕ ਟਾਂਕਿਆਂ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਸੀਗਾ। ਉਹਨਾਂ ਦੇ ਵਿੱਚੋਂ ਅਸੀਂ ਫਲੈਟ ਸਟਿਚ ਬਾਰੇ ਜਿਹੜੇ ਕੱਪੜੇ ਦੀ ਸਤਹ ਦੇ ਨਾਲ ਜੁੜੇ ਰਹਿੰਦੇ ਆ ਉਹਨਾਂ ਬਾਰੇ ਗੱਲ ਕੀਤੀ ਸੀ। ਅੱਜ ਅਸੀਂ ਬਾਕੀ ਜਿਹੜੀਆਂ ਇਹਦੀਆਂ 3 ਪ੍ਰਕਾਰ ਆ ਉਹਨਾਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ। ਉਹਨਾਂ ਦੇ ਵਿੱਚ ਕਿਹੜੇ ਆ ਅੱਜ ਦੇ ਸਾਡੇ ਟੌਪਿਕ ਦੇ ਵਿੱਚ ਲੂਪ ਸਟਿਚ, ਚੇਨ ਸਟਿਚ ਤੇ ਫਰੰਟ ਨੋਟ ਸਟਿਚ ਜਿਹਨੂੰ ਅਸੀਂ ਗੰਢ ਸਟਿਚ ਵੀ ਕਹਿੰਦੇ ਆ, ਨੋਟਡ ਸਟਿਚ। ਤੇ ਹੁਣ ਅਸੀਂ ਇਹਨਾਂ ਦੇ ਬਾਰੇ ਜਾਣਾਂਗੇ ਕਿ ਲੂਪ ਸਟਿਚ ਕੀ ਹੁੰਦੇ ਆ। ਜਿਵੇਂ ਅਸੀਂ ਪਹਿਲਾਂ ਜਾਣਿਆ ਸੀਗਾ ਪਿਛਲੇ ਲੈਸਨ ਦੇ ਵਿੱਚ ਅਸੀਂ ਪੜ੍ਹਿਆ ਆ ਕਿ ਜਿਹੜੇ ਫਲੈਟ ਸਟਿਚ ਆ ਉਹ ਜਿਹੜੇ ਆ ਕੱਪੜੇ ਦੀ ਜਿਹੜੀ ਆ ਸਤਹ ਦੇ ਨਾਲ ਹੀ ਲੱਗੇ ਹੁੰਦੇ। ਹੁਣ ਇਹ ਆ ਗਏ ਸਾਡੇ ਲੂਪ ਸਟਿਚ। ਲੂਪ ਸਟਿਚ ਦੇ ਵਿੱਚ ਆ ਬੇਟੇ ਅਸੀਂ ਟਾਂਕਾ ਜਿਹੜਾ ਸਟ੍ਰੋਕ ਸਟਿਚ ਹੈ ਕੱਚੇ ਦਾ ਟਾਂਕਾ ਲੈਣਾ ਆ ਪਰ ਇਹਦੇ ਵਿੱਚ ਕਰਨਾ ਕੀ ਆ ਵੀ ਉਹਦਾ ਅਸੀਂ ਧਾਗੇ ਦਾ ਵਲ ਕੱਪੜੇ ਦੇ ਵਿੱਚੋਂ ਜਦੋਂ ਸੂਈ ਕੱਢਦੇ ਆ ਉਹਦੇ ਉੱਪਰ ਦੀ ਜਿਹੜਾ ਆ ਧਾਗੇ ਦਾ ਵਲ ਲੈ ਕੇ ਅਸੀਂ ਇਹ ਸਟਿਚ ਲੈਨੇ ਆ। ਇਹ ਅਸੀਂ ਕੱਪੜੇ ਦੇ ਨਾਲ ਹੀ ਫਿਰ ਉੱਪਰ ਨੂੰ ਸੂਈ ਅਸੀਂ ਡਾਇਰੈਕਸ਼ਨ ਦੇ ਅਨੁਸਾਰ ਜਿਹੜੀ ਇਹ ਵਲ ਵਾਲੇ ਧਾਗੇ ਵਿੱਚੋਂ ਵੀ ਬਾਹਰ ਕੱਢਦੇ ਆ। ਇਸ ਤਰ੍ਹਾਂ ਬਾਰ-ਬਾਰ ਕਰਨ ਦੇ ਨਾਲ ਇਹ ਜਿਹੜਾ ਆ ਵੀ ਲੂਪ ਸਟਿਚ ਬਣ ਜਾਂਦੇ ਆ। ਇਹ ਵੱਖ-ਵੱਖ ਤਰ੍ਹਾਂ ਦੇ ਨਾਲ ਅਸੀਂ ਬਣਾ ਸਕਦੇ ਆ। ਹੁਣ ਅਸੀਂ ਦੇਖਾਂਗੇ ਵੀ ਇਹਨਾਂ ਦੀਆਂ ਕਿਹੜੇ ਤਰੀਕੇ ਆ ਬਣਾਉਣ ਦੇ, ਵੈਰਾਈਟੀਆਂ ਕਿਹੜੀਆਂ। ਸਭ ਤੋਂ ਪਹਿਲਾਂ ਆ ਜਾਂਦਾ ਸਾਡਾ ਬਟਨ ਹੋਲ ਸਟਿਚ। ਬਟਨ ਹੋਲ ਸਟਿਚ ਦੇ ਵਿੱਚ ਆ ਬੇਟੇ ਜਿੱਦਾਂ
ਅਸੀਂ ਡਿਜ਼ਾਈਨ ਦੇ ਵਿੱਚ ਆ ਕੱਪੜੇ ਦੇ ਵਿੱਚੋਂ ਸੂਈ ਉੱਪਰ ਕੱਢਣੀ ਆ ਤੇ ਉਹਦੇ ਵਿੱਚ ਅਸੀਂ ਇੱਕ ਕੱਚੇ ਟਾਂਕੇ ਦੀ ਤਰ੍ਹਾਂ ਅਸੀਂ ਟਾਂਕਾ ਕੱਪੜੇ ਦੇ ਆਰ ਪਾਰ ਅਸੀਂ ਲੈਣਾ ਆ, ਨੀਚੇ ਤੋਂ ਉੱਪਰ ਨੂੰ ਲੈਣਾ ਆ ਤੇ ਉੱਪਰ ਦੀ ਜਿਹੜਾ ਅਸੀਂ ਨੱਕੇ ਵਾਲੇ ਸੂਈ ਦਾ ਧਾਗਾ ਆ ਜਿਹੜਾ ਅਸੀਂ ਸੂਈ ਦੇ ਉੱਪਰ ਦੀ ਵਲ ਦੇ ਕੇ ਡਿਜ਼ਾਈਨ ਦੇ ਵਿੱਚੋਂ ਉੱਪਰ ਕੱਢਣਾ ਆ ਤੇ ਅਸੀਂ ਜਿਹੜੇ ਖੱਬੇ ਹੱਥ ਦੇ ਨਾਲ ਆ ਉਸ ਵਲ ਵਾਲੇ ਧਾਗੇ ਨੂੰ ਅਸੀਂ ਦਬਾ ਕੇ ਰੱਖਣਾ ਹੁੰਦਾ ਹੈ। ਜਦੋਂ ਵਲ ਲੈ ਕੇ ਅਸੀਂ ਜਿਹੜਾ ਸਟਿਚ ਤੇ ਤਿਆਰ ਕਰਦੇ ਆ ਉਹਨੂੰ ਅਸੀਂ ਜਿਹੜਾ ਆ ਲੂਪ ਸਟਿਚ ਕਹਿ ਦਿੰਦੇ ਆ। ਜਦੋਂ ਅਸੀਂ ਇਹਨੂੰ ਬਣਾਉਂਦੇ ਆ, ਬਣਾਉਣ ਵੇਲੇ ਆ ਜਿਵੇਂ ਤੁਸੀਂ ਤਸਵੀਰ ਦੇ ਵਿੱਚ ਡਿਜ਼ਾਈਨ ਦੇਖ ਰਹੇ ਹੋ, ਡਿਜ਼ਾਈਨ ਦੇ ਵਿੱਚ ਆ ਇਹਦੇ ਵਿੱਚ ਕੱਚੇ ਦਾ ਜਿਹੜਾ ਆ ਧਾਗੇ ਨੂੰ ਅਸੀਂ ਡਬਲ ਜਾਂ ਸਿੰਗਲ ਡਿਜ਼ਾਈਨ ਦੇ ਅਨੁਸਾਰ, ਕੱਪੜੇ ਦੇ ਅਨੁਸਾਰ, ਸੂਈ ਦੇ ਅਨੁਸਾਰ ਅਸੀਂ ਮੋਟੀ ਸੂਈ, ਮੋਟਾ ਧਾਗਾ ਤੇ ਕੱਪੜਾ ਅਸੀਂ ਇਹਨਾਂ ਤਿੰਨਾਂ ਦੇ ਕੰਬੀਨੇਸ਼ਨ ਦੇ ਅਨੁਸਾਰ ਅਸੀਂ ਲੈਣਾ ਆ ਤੇ ਫਿਰ ਅਸੀਂ ਜਿਹੜਾ ਡਿਜ਼ਾਈਨ ਬਣਿਆ ਆ ਉਹਦੇ ਵਿੱਚੋਂ ਸੈਂਟਰ ਤੋਂ ਅਸੀਂ ਜਿਹੜਾ ਆ ਬਾਹਰਲੇ ਪਾਸੇ ਨੂੰ ਅਸੀਂ ਡਿਜ਼ਾਈਨ ਕੱਚੇ ਦਾ ਅਸੀਂ ਟਾਂਕਾ ਲੈਣਾ ਤੇ ਦੂਸਰਾ ਜਿਹੜਾ ਆ ਤੇ ਉਹਦੇ ਖੱਬੇ ਪਾਸੇ ਤੋਂ ਸੱਜੇ ਪਾਸੇ ਵੱਲ ਨੂੰ ਜਿਹੜਾ ਆ ਵਲ ਨੂੰ ਅਸੀਂ ਧਾਗੇ ਦੇ ਨੂੰ ਸੂਈ ਦੇ ਉੱਪਰ ਦੀ ਟਪਾ ਕੇ ਦੁਬਾਰਾ ਫਿਰ ਇਸੇ ਤਰ੍ਹਾਂ ਬਾਰ-ਬਾਰ ਕਰਦੇ ਆ ਤੇ ਸਾਡੇ ਸਾਹਮਣੇ ਦੇਖੋ ਇਹ ਸਾਡੇ ਬਟਨ ਹੋਲ ਸਟਿਚ ਬਣ ਜਾਂਦਾ। ਇਹ ਜਿਹੜਾ ਆ ਤੇ ਅਸੀਂ ਸੈਂਟਰ ਚੋਂ ਵੀ ਲੈ ਸਕਦੇ ਆ, ਹੋਲ ਬਣਦਾ ਇੱਕ ਸੈਂਟਰ ਦੇ ਵਿੱਚ ਇਹਦੇ ਜਿਹੜਾ ਆ ਤੇ ਇੱਕ ਹੋਲ ਜਿਹਾ ਬਣ ਜਾਂਦਾ, ਇਸ ਲਈ ਇਹਨੂੰ ਜਿਹੜਾ ਬਟਨ ਹੋਲ ਸਟਿਚ ਵੀ ਕਿਹਾ ਜਾਂਦਾ ਹੈ। ਜਦੋਂ ਅਸੀਂ ਬੇਟੇ ਇਸ ਟਾਂਕੇ ਨੂੰ ਜਿਹੜਾ ਆ ਲਗਾਤਾਰ ਲੈਨੇ ਆ, ਨਾਲ ਲੈਨੇ ਆ ਤੇ ਉੱਪਰ ਅਸੀਂ ਵਲ ਦਿੰਨੇ ਆ, ਜਿਵੇਂ ਅਸੀਂ ਸਾਟਨ ਪਹਿਲਾਂ ਸਿੱਖੀ ਸੀ ਸਿੰਪਲ ਸਾਟਨ, ਇਹਨੂੰ ਅਸੀਂ ਬਟਨ ਹੋਲ ਸਾਟਨ ਸਟਿਚ ਦੇ ਨਾਲ ਵੀ ਅਸੀਂ ਬਣਾ ਸਕਦੇ ਹਾਂ। ਅੱਗੇ ਆ ਗਿਆ ਸਾਡੇ ਬੇਟੇ ਬਲੈਂਕਟ ਸਟਿਚ, ਕੰਬਲ ਟਾਂਕਾ। ਕੰਬਲ ਟਾਂਕੇ ਦੇ ਵਿੱਚ ਜਿਵੇਂ ਅਸੀਂ ਦੇਖਦੇ ਆ ਕਿ ਇਹਦੇ ਵਿੱਚ ਫਰਕ ਜਿਹੜਾ ਆ ਉਹਦੇ ਵਿੱਚ ਕੀ ਆ ਕਿ ਉਹਦੇ ਵਿੱਚ ਅਸੀਂ ਨਾਲ ਟਾਂਕੇ ਲੈਣੇ ਆ। ਜਦੋਂ ਅਸੀਂ ਦੋ ਲਾਈਨਾਂ ਦੇ ਵਿੱਚ ਦੇਖਦੇ ਤੇ ਜਿਹੜੇ ਆ ਟਾਂਕੇ ਅਸੀਂ ਲੈਨੇ ਆ ਬਰਾਬਰ ਸ਼ੇਪ ਤੇ, ਬਰਾਬਰ ਦੂਰੀ ਤੇ, ਉਹਦੇ ਉੱਪਰ ਅਸੀਂ ਧਾਗੇ ਦਾ ਵਲ ਮਾਰਦੇ ਆ ਤਾਂ ਫਿਰ ਸਾਡਾ ਇਹ ਕੰਬਲ ਸਟਿਚ, ਬਲੈਂਕਟ ਸਟਿਚ ਤਿਆਰ ਹੋ ਜਾਂਦਾ ਹੈ। ਇਹ ਅਸੀਂ ਕਿਨਾਰੇ ਵਗੈਰਾ ਪੱਕੇ ਕਰਨ ਦੇ ਵਿੱਚ ਵਰਤਦੇ ਹਾਂ। ਤੇ ਇਸ ਜਿਵੇਂ ਅਸੀਂ ਦੇਖਿਆ ਇਹ ਸਿੰਗਲ ਆ, ਸਿੰਗਲ ਦਾ ਫੇਰ ਅਸੀਂ ਜਿਹੜਾ ਆ ਤੇ ਸਿੰਗਲ ਵੀ ਤੇ ਡਬਲ ਦੇ ਵਿੱਚ ਵੀ ਅਸੀਂ ਇਹਨੂੰ ਬਣਾ ਸਕਦੇ ਆ। ਇਹ ਸਾਰੀਆਂ ਬਟਨ ਹੋਲ ਦੀਆਂ ਹੀ ਜਿਹੜੀਆਂ ਵੈਰਾਈਟੀਆਂ ਆ ਜਾਂਦੀਆਂ ਆ ਨਾਲ। ਤੇ ਅਸੀਂ ਦੇਖਦੇ ਪਹਿਲਾਂ ਅਸੀਂ ਇੱਕ ਸਿੰਗਲ ਕੰਬਲ ਟਾਂਕਾ ਬਣਾ ਲਿਆ ਆ, ਜਦੋਂ ਫਿਰ ਇੱਕ ਦੋ ਲਾਈਨਾਂ ਦੇ ਵਿੱਚ ਅਸੀਂ ਦੋਨੋਂ ਪਾਸਿਓਂ ਜਿਹੜਾ ਆ ਵਲ ਵਾਲਾ ਧਾਗਾ ਅਸੀਂ ਲਾਉਂਦੇ ਆ ਤੇ ਸਾਡਾ ਡਬਲ ਬਟਨ ਹੋਲ ਸਟਿਚ। ਇਹਨੂੰ ਫਿਰ ਪਹਿਲਾਂ ਇੱਕ ਪਾਸੇ ਤੋਂ ਕੰਬਲ ਟਾਂਕਾ ਅਸੀਂ ਬਣਾ ਲਿਆ ਆ, ਫਿਰ ਅਸੀਂ ਡਿਜ਼ਾਈਨ ਨੂੰ ਉੱਪਰ ਥੱਲੇ ਕਰਕੇ ਪੇ ਜਿੱਦਾਂ ਬਣਿਆ ਆ ਨੀਚੇ ਵਲ ਪਏ ਤਾਂ ਉਹਨੂੰ ਉੱਪਰ ਕਰ ਲਓ ਤਾਂ ਉੱਪਰ ਪਏ ਤਾਂ ਵੀ ਨਹੀਂ, ਏਦਾਂ ਅਸੀਂ ਦੂਸਰੇ ਪਾਸਿਓਂ ਵੀ ਜਿਹੜੇ ਅਸੀਂ ਥੋੜੀ ਦੂਰੀ ਤੇ ਟਾਂਕੇ ਲਏ ਆ ਉਹਨਾਂ ਦੇ ਵਿਚਕਾਰ ਅਸੀਂ ਉਸੇ ਤਰ੍ਹਾਂ ਹੀ ਕੰਬਲ ਟਾਂਕੇ ਨੂੰ ਦੁਬਾਰਾ ਕਰਦੇ ਹੋਏ ਉਹਦੇ ਅੱਗੇ ਜਿਹੜਾ ਹੈ ਕੰਟਰਾਸਟ ਕਲਰ ਦੇ ਨਾਲ ਬਖੂਬੀ ਦੇ ਨਾਲ ਅਸੀਂ ਡਿਜ਼ਾਈਨ ਤਿਆਰ ਕਰ ਸਕਦੇ। ਇਹ ਬਾਰਡਰ ਵਗੈਰਾ ਜਾਂ ਅਸੀਂ ਕੋਈ ਵੀ ਸਾਈਡਾਂ ਦੇ ਕਿਨਾਰੇ ਅਸੀਂ ਬਣਾਉਣੇ ਹੋਣ, ਜਿਵੇਂ ਚਾਦਰਾਂ ਦੇ ਜਾਂ ਅਸੀਂ ਕੋਈ ਵੀ ਮੇਜ਼ ਪੋਸ਼ ਵਗੈਰਾ ਦੇ ਜਾਂ ਅਸੀਂ ਕਿਸੇ ਸਰਾਣੇ ਦੇ ਬਣਾਉਣੇ ਹੋਣ ਤਾਂ ਸਾਡੇ ਇਹ ਬਹੁਤ ਹੀ ਸੋਹਣੇ ਬਣਿਓ ਲੱਗਦੇ ਆ। ਹੁਣ ਅੱਗੇ ਆ ਗਿਆ ਸਾਡਾ ਕ੍ਰਾਸ ਬਟਨ ਹੋਲ ਸਟਿਚ। ਕ੍ਰਾਸ ਬਟਨ ਹੋਲ ਸਟਿਚ ਦੇ ਵਿੱਚ ਬੇਟੇ ਅਸੀਂ ਜਿਹੜੇ ਆ ਤੇ ਪਹਿਲਾਂ ਕੱਚੇ ਟਾਂਕੇ ਨੂੰ ਜਿਹੜਾ ਆ ਤੇ ਬਾਰ-ਬਾਰ ਅਸੀਂ ਲੈਨੇ ਆ। ਅਸੀਂ ਉਹਦੇ ਵਿੱਚ ਕੀ ਕੀਤਾ, ਅਸੀਂ ਉਹਨੂੰ ਤਿਰਛੇ ਰੁਖ ਨੂੰ ਡਾਇਗੋਨਲ ਸਟਿਚ ਦੇ ਤੌਰ ਤੇ ਉੱਪਰ ਅਸੀਂ ਵਲ ਮਾਰ ਕੇ ਜਿਹੜਾ ਆ ਕ੍ਰਾਸ ਨੂੰ ਜਿਹੜਾ ਉੱਪਰੋਂ ਅਸੀਂ ਕਵਰ ਕਰ ਦਿੱਤਾ। ਜਦੋਂ ਅਸੀਂ ਕੱਚੇ ਟਾਂਕੇ ਨੂੰ ਤਿਰਛਾ ਲੈਂਦੇ ਤਾਂ ਉੱਪਰ ਅਸੀਂ ਸੂਈ ਵਾਲੇ ਧਾਗੇ ਦਾ ਜਿਹੜਾ ਨੱਕੇ ਦੇ ਵਲ ਨੂੰ ਜਿਹੜਾ ਅਸੀਂ ਉੱਪਰ ਦੀ ਸੂਈ ਦੇ ਦੀ ਲੰਘਾ ਕੇ ਫਿਰ ਉਹ ਸਟਿਚ ਨੂੰ ਬਾਹਰ ਕੱਢਿਆ। ਇਹਨੂੰ ਅਸੀਂ ਉੱਪਰੋਂ ਵੀ ਤੇ ਨੀਚੇ ਤੋਂ ਵੀ ਡਬਲ ਬਟਨ ਹੋਲ ਸਟਿਚ ਦੀ ਤਰ੍ਹਾਂ ਅਸੀਂ ਕਵਰ ਕਰ ਸਕਦੇ ਹਾਂ। ਅੱਗੇ ਬੇਟੇ ਆ ਗਿਆ ਸਾਡਾ ਟਵਿਸਟ ਬਟਨ ਹੋਲ ਸਟਿਚ। ਇਹਦੇ ਵਿੱਚ ਅਸੀਂ ਕੀ ਕਰਦੇ ਆ ਕਿ ਜਦੋਂ ਅਸੀਂ ਕੋਈ ਵੀ ਜਿਹੜਾ ਆ ਤੇ ਵਲ ਲੈ ਕੇ ਅਸੀਂ ਟਾਂਕਾ ਪਾਉਂਦੇ ਆ ਤੇ ਉਹ ਜਿਹੜਾ ਉੱਪਰ ਅਸੀਂ ਤੇ ਸਿੰਪਲ ਜਿਹੜਾ ਅਸੀਂ ਵਲ ਪਾਉਂਦੇ ਆ ਉਹਦੀ ਬਜਾਏ ਅਸੀਂ ਧਾਗੇ ਨੂੰ ਸਿੰਪਲ ਵਲ ਦੇ ਵਿੱਚੋਂ ਕੱਢ ਕੇ ਅਸੀਂ ਉੱਪਰ ਉਹਨੂੰ
ਫਿਰ ਰਿਵਰਸ ਜਿਹੜਾ ਉਹਦਾ ਵਲ ਆ ਫਿਰ ਜਿਹੜਾ ਅਸੀਂ ਪੁੱਠੀ ਰੁਕ ਨੂੰ ਉਹਦਾ ਦੁਬਾਰਾ ਅਸੀਂ ਵਲ ਜਿਹੜਾ ਸੂਈ ਦੇ ਵਿੱਚ ਉੱਪਰ ਦੇ ਕੇ ਫਿਰ ਅਸੀਂ ਧਾਗੇ ਨੂੰ ਬਾਹਰ ਕੱਢਦੇ ਆ। ਇਸ ਤਰ੍ਹਾਂ ਇਹ ਇੱਕ ਫਿਰ ਸਿੰਪਲ ਜਿਹੜਾ ਆ ਬਟਨ ਹੋਲ ਦੇ ਉੱਪਰ ਜਿੱਦਾਂ ਸਾਡੇ ਵਲ ਆ ਜਾਂਦਾ ਆ, ਉਹਦੇ ਉੱਪਰ ਇੱਕ ਛੋਟਾ ਜਿਹਾ ਮੋਤੀ ਦੀ ਤਰ੍ਹਾਂ ਇਹ ਸਾਡੇ ਦਿਖਾਈ ਦਿੰਦਾ ਹੈ। ਇਹ ਜਿਹੜਾ ਆ ਸਧਾਰਨ ਬਟਨ ਹੋਲ ਨੂੰ ਥੋੜਾ ਜਿਹਾ ਸੋਧ ਕੇ ਅਸੀਂ ਬਣਾ ਸਕਦੇ ਆ ਉਹਦੇ ਵਲ ਦੇ ਫਰਕ ਦੇ ਕਰਕੇ। ਤੇ ਸਿੱਧੇ ਵਲ ਦੀ ਬਜਾਏ ਅਸੀਂ ਉਹਨੂੰ ਘੁਮਾ ਕੇ ਵਲ ਨੂੰ ਅਸੀਂ ਉਹ ਪਾ ਕੇ ਤਾਂ ਫਿਰ ਅਸੀਂ ਉੱਪਰ ਦਾ ਸਿੰਪਲ ਵਲ ਪਾ ਕੇ ਉਹਨੂੰ ਧਾਗੇ ਨੂੰ ਕੱਢਦੇ। ਅੱਗੇ ਆ ਗਿਆ ਫ੍ਰੈਂਚ ਸਟਿਚ, ਜਿਹੜਾ ਆ ਤੇ ਸਾਡੇ ਜਿਹੜਾ ਆ ਫੈਦਰ ਸਟਿਚ। ਫੈਦਰ ਸਟਿਚ ਆ ਸਾਡਾ ਇਹ ਤੇ ਲੂਪ ਸਟਿਚ ਦੇ ਵਿੱਚ ਵੀ ਪਾਇਆ ਜਾਂਦਾ ਹੈ। ਫੈਦਰ ਸਟਿਚ ਅਸੀਂ ਦੇਖਦੇ ਆ ਤੇ ਇੱਕ ਸਿੰਗਲ ਲਾਈਨ ਦੇ ਵਿੱਚ ਆ ਅਸੀਂ ਤੇ ਇੱਕ ਕੱਚੇ ਦੀ ਤਰ੍ਹਾਂ ਅਸੀਂ ਉਹਦੇ ਨਾਲ ਖੱਬੇ ਸੱਜੇ ਤੋਂ ਅਸੀਂ ਟਾਂਕਾ ਲੈਂਦੇ ਆ। ਉਸ ਜਿਵੇਂ ਇੱਕ ਸੈਂਟਰ ਦੇ ਵਿੱਚੋਂ ਅਸੀਂ ਉਹਦੇ ਬਰਾਬਰ ਤੋਂ ਸੈਂਟਰ ਦੇ ਵਿੱਚੋਂ ਸੂਈ ਬਾਹਰ ਕੱਢੀ ਆ ਤੇ ਉਹਦੇ ਅਸੀਂ ਖੱਬੇ ਪਾਸੇ ਤੋਂ ਜਿਹੜਾ ਆ ਇਹ ਟਾਂਕਾ ਕੱਚੇ ਦਾ ਬਰਾਬਰ ਉੱਪਰ ਲੰਬਾਈ ਦੇ ਵਿੱਚ ਵੀ ਤੂਰੀ ਤੇ ਨੀਚੇ ਚੌੜਾਈ ਦੇ ਵਿੱਚ ਵੀ ਉਹਦੇ ਵਿੱਚੋਂ ਅਸੀਂ ਟਾਂਕਾ ਲਿਆ ਤੇ ਉੱਪਰ ਅਸੀਂ ਜਿਹੜਾ ਆ ਤੇ ਸੂਈ ਦਾ ਵਲ ਦੇ ਦਿੱਤਾ। ਇਸੇ ਤਰ੍ਹਾਂ ਫਿਰ ਉਹ ਜਿਹੜਾ ਇੱਕ ਫਿਰ ਫੈਦਰ ਸਟਿਚ ਤਿਆਰ ਹੋ ਗਿਆ। ਫਿਰ ਅਸੀਂ ਉਹ ਤੋਂ ਫਿਰ ਉਹਦੇ ਸੱਜੇ ਪਾਸੇ ਜਿਵੇਂ ਅਸੀਂ ਪਹਿਲਾਂ ਖੱਬੇ ਪਾਸੇ ਕੀਤਾ ਸੇਮ ਉਸੇ ਤਰ੍ਹਾਂ ਹੀ ਅਸੀਂ ਸੱਜੇ ਪਾਸੇ ਜਦੋਂ ਇਸੇ ਪ੍ਰਕਿਰਿਆ ਨੂੰ ਕਰਦੇ ਆ, ਜਿਹੜਾ ਆ ਬਰਾਬਰ ਦੂਰੀ ਤੇ ਅਸੀਂ ਬਰਾਬਰ ਉਚਾਈ ਤੇ ਜਿਹੜਾ ਟਾਂਕਾ ਅਸੀਂ ਲੈ ਕੇ ਫਿਰ ਅਸੀਂ ਵਲ ਦੇ ਵਿੱਚੋਂ ਸੂਈ ਨੂੰ ਬਾਹਰ ਕੱਢਦੇ ਆ ਕੱਪੜੇ ਵਿੱਚੋਂ। ਇਹ ਜਿਹੜਾ ਇਸ ਤਰ੍ਹਾਂ ਸਾਡਾ ਆ ਇਹ ਫੈਦਰ ਸਟਿਚ ਤਿਆਰ ਹੋ ਜਾਂਦਾ ਹੈ। ਇਹਦੇ ਵਿੱਚ ਆ ਤਾਰਾਂ ਗਿਣ ਕੇ ਧਾਗੇ ਵੀ ਅਸੀਂ ਜਿਹੜੇ ਆ ਧਾਗਿਆਂ ਦੀਆਂ ਤਾਰਾਂ ਗਿਣੀਆਂ ਜਾਂਦੀਆਂ, ਕੱਪੜਾ ਮੋਟਾ ਵੀ ਹੁੰਦਾ ਆ ਤੇ ਉਹਦੇ ਵਿੱਚ ਜਿਹੜਾ ਵੀ ਇਹਦੇ ਬਰਾਬਰ ਦੂਰੀ ਤੇ ਹੋਣ ਬਹੁਤ ਹੀ ਸੋਹਣੇ ਲੱਗਦੇ ਆ। ਜਾਂ ਨਹੀਂ ਤਾਂ ਫਿਰ ਜਿਹੜੇ ਆ ਇਹ ਨਿਸ਼ਾਨ ਸਟਰੋਕ ਸਟਿਚ ਦੇ ਨਾਲ ਅਸੀਂ ਇਹਨਾਂ ਨੂੰ ਲਗਾ ਕੇ ਤਿਆਰ ਕਰ ਸਕਦੇ ਆ। ਬਾਅਦ ਵਿੱਚ ਅਸੀਂ ਟਾਂਕਿਆਂ ਨੂੰ ਕੱਢ ਵੀ ਸਕਦੇ ਆ। ਤੇ ਅੱਗੇ ਆ ਗਿਆ ਸਾਡਾ ਬੇਟੇ ਡਬਲ ਫੈਦਰ ਸਟਿਚ। ਇਹ ਸੀਗਾ ਸਾਡਾ ਜਿੱਦਾਂ ਸਿੰਗਲ। ਹੁਣ ਅਸੀਂ ਦੇਖਦੇ ਆ ਡਬਲ ਫੈਦਰ ਸਟਿਚ। ਹੁਣ ਅਸੀਂ ਦੇਖਿਆ ਵੀ ਜਿਸ ਤਰ੍ਹਾਂ ਅਸੀਂ ਪਹਿਲਾਂ ਸਿੰਗਲ ਦੇ ਵਿੱਚ ਅਸੀਂ ਟਾਂਕਾ ਲਿਆ ਆ ਸੈਂਟਰ ਦੇ ਵਿੱਚੋਂ, ਇਹ ਜਿਹੜਾ ਹੈ ਦੋ ਲਾਈਨਾਂ ਦੇ ਵਿਚਕਾਰ ਜਿਹੜਾ ਸਾਡਾ ਇਹ ਸਟਿਚ ਬਣਨਾ ਹੈ। ਇਹਦੇ ਵਿੱਚ ਅਸੀਂ ਜਿਵੇਂ ਤੁਹਾਨੂੰ ਦੱਸਿਆ ਪੇ ਸਟਰੋਕ ਸਟਿਚ ਦੀ ਮਦਦ ਦੇ ਨਾਲ ਅਸੀਂ ਲੰਬੇ ਲੰਬੇ ਕੱਚੇ ਪਾ ਕੇ ਅਸੀਂ ਜਿਹੜੀ ਆ ਵੀ ਉਹ ਜਿਹੜੀ ਲਾਈਨ ਦੀ ਜਿਹੜੀ ਆ ਸਟ੍ਰੇਟ ਜਿਹੜੀ ਆ ਉਹ ਡਾਇਰੈਕਸ਼ਨ ਆ ਉਹਨੂੰ ਅਸੀਂ ਜਿਹੜਾ ਆ ਇਹ ਬਣਾ ਕੇ ਗਾਈਡਲਾਈਨ ਦੇ ਤੌਰ ਤੇ ਵਰਤ ਸਕਦੇ ਆ। ਤੇ ਫਿਰ ਅਸੀਂ ਦੋ ਸਟਿਚ ਅਸੀਂ ਜਿੱਦਾਂ ਖੱਬੇ ਪਾਸੇ ਵੱਲ ਨੂੰ ਲਏ ਆ, ਫਿਰ ਅਸੀਂ ਦੋ ਸਟਿਚ ਜਿਹੜਾ ਆ ਤੇ ਲੂਪ ਸਟਿਚ ਛੱਡਦੇ ਹੋਏ ਜਿਹੜਾ ਅਸੀਂ ਇਸੇ ਤਰ੍ਹਾਂ ਵਲ ਲੈ ਕੇ ਜਿਹੜਾ ਆ ਉਹਨੂੰ ਅਸੀਂ ਸੱਜੇ ਪਾਸੇ ਨੂੰ ਸਟਿਚ ਲਿਆ। ਇਸੇ ਤਰ੍ਹਾਂ ਇਹ ਸਾਡਾ ਡਬਲ ਫੈਦਰ ਸਟਿਚ ਤਿਆਰ ਹੋ ਗਿਆ। ਅੱਗੇ ਬੇਟੇ ਆ ਜਾਂਦਾ ਫਲਾਈ ਸਟਿਚ। ਫਲਾਈ ਸਟਿਚ ਜਿਹੜਾ ਜਿਵੇਂ ਉਹ ਪੰਛੀਆਂ ਦੀ ਤਰ੍ਹਾਂ ਇਹ ਜਿੱਥੇ ਪੰਛੀਆਂ ਦੇ ਪਰਾਂ ਦੀ ਤਰ੍ਹਾਂ ਅਸੀਂ ਉਹਦੇ ਪੰਛੀਆਂ ਨੂੰ ਦਿਖਾਉਣਾ ਉਹ ਜਿਹੜਾ ਹੈ ਸਾਡਾ ਸਟਿਚ ਫਲਾਈ ਸਟਿਚ ਕਹਾਉਂਦਾ ਹੈ। ਇਹਦੇ ਵਿੱਚ ਅਸੀਂ ਸਟਰੋਕ ਸਟਿਚ ਦੀ ਮਦਦ ਦੇ ਨਾਲ ਆ ਜਿਹੜਾ ਸੈਂਟਰ ਦੇ ਵਿੱਚੋਂ ਫਿਰ ਅਸੀਂ ਵਲ ਪਾ ਕੇ ਖੱਬੇ ਸੱਜੇ ਤੋਂ ਅਸੀਂ ਸਟਰੋਕ ਸਟਿਚ ਦਾ ਕਰਕੇ ਫਿਰ ਅਸੀਂ ਸੈਂਟਰ ਦੇ ਵਿੱਚ ਜਿਹੜਾ ਆ ਵੀ ਇਹਨੂੰ ਅਸੀਂ ਤੇ ਵਲ ਮਾਰ ਕੇ ਜਿਹੜਾ ਆ ਲੂਪ ਸਟਿਚ ਦੀ ਬਟਨ ਹੋਲ ਦੇ ਸਟਿਚ ਦੀ ਮਦਦ ਦੇ ਨਾਲ ਅਸੀਂ ਇਹ ਸਟਿਚ ਤਿਆਰ ਕਰਦੇ ਆ। ਇਹ ਵੀ ਜਿਹੜਾ ਆ ਸੈਂਟਰ ਲਾਈਨ ਨੂੰ ਅਸੀਂ ਤੇ ਗਾਈਡ ਮੰਨ ਕੇ ਉਹਦੇ ਸਾਈਡਾਂ ਤੇ ਅਸੀਂ ਜਿਹੜਾ ਬਰਾਬਰ ਦੂਰੀ ਤੇ ਆ ਬਰਾਬਰ ਲੰਬਾਈ ਦੇ ਵਿੱਚ ਅਸੀਂ ਇਹ ਸਟਿਚ ਨੂੰ ਪਾਉਣਾ ਹੁੰਦਾ ਆ। ਇਹ ਇੱਕ ਕਿੰਗਰੇ ਜਿਹੇ ਆ ਝਾੜੀਆਂ ਵਗੈਰਾ ਬਣਾਉਣੇ ਲਈ ਜਾਂ ਅਸੀਂ ਕੋਈ ਵੀ ਜਿਹੜੀਆਂ ਛੋਟੇ ਜਿਹੜੇ ਅਸੀਂ ਘਾਹ ਬੂਟੀਆਂ ਦੇ ਅਸੀਂ ਜਿਹੜੇ ਆ ਤੇ ਝਾੜੀ ਦਿਖਾਣੀ ਆ ਜਾਂ ਅਸੀਂ ਵੀ ਬਰੀਕ ਬਰੀਕ ਪੱਤੀਆਂ ਬਣਾਉਣੀਆਂ ਆ ਉੱਥੇ ਅਸੀਂ ਇਹ ਫਲਾਈ ਸਟਿਚ ਜਾਂ ਸਮਾਨ ਦੇ ਵਿੱਚ ਅਸੀਂ ਕੋਈ ਵੀ ਪੰਛੀ ਉੜਦੇ ਦਿਖਾਉਂਦੇ ਤਾਂ ਇਹਨਾਂ ਇਸ ਸਟਿਚ ਦੀ ਅਸੀਂ ਵਰਤੋਂ ਕਰਦੇ ਹਾਂ। ਅੱਗੇ ਬੇਟੇ ਆ ਗਿਆ ਸਾਡੇ ਰੋਮਨ ਸਟਿਚ। ਇਹ ਵੀ ਬਟਨ ਹੋਲ ਸਟਿਚ ਦੀ ਇੱਕ ਜਿਹੜੀ ਆ ਖਾਸ ਹੀ ਵੈਰਾਈਟੀ ਆ। ਇਹ ਵੀ ਫਲਾਈ ਸਟਿਚ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਆ। ਇਹਦੇ ਵਿੱਚ ਫਰਕ ਕੀ ਆ ਕਿ ਅਸੀਂ ਸਿਰਫ ਇਹਨੂੰ ਜਿਹੜਾ ਨਾਲ ਨਾਲ ਅਸੀਂ ਟਾਂਕੇ ਲੈਣੇ ਆ ਤੇ ਜਿਹੜਾ ਖੱਬੇ ਦਾ ਅਸੀਂ ਪਹਿਲਾਂ ਟਾਂਕਾ ਲੈ ਲਿਆ ਆ ਫਿਰ ਅਸੀਂ ਸੱਜੇ ਦਾ ਟਾਂਕਾ ਲੈ ਲਿਆ ਫਿਰ ਅਸੀਂ ਥੋੜਾ ਦੋਨਾਂ ਟਾਂਕਿਆਂ ਨੂੰ ਦਬਾ ਲਈ ਆ
ਵੀ ਅਸੀਂ ਵਲ ਵਾਲਾ ਧਾਗਾ ਜਿਹੜਾ ਆ ਜਦੋਂ ਟਾਂਕਾ ਅੱਗੇ ਅਸੀਂ ਕਰਨਾ ਆ ਤੇ ਫਿਰ ਅਸੀਂ ਸੂਈ ਦੇ ਵਲ ਦੇ ਨਾਲ ਅਸੀਂ ਇਸ ਸਟਿਚ ਨੂੰ ਅੱਗੇ ਵਧਾਉਂਦੇ ਆ। ਜਿਵੇਂ ਅਸੀਂ ਤਸਵੀਰ ਦੇ ਵਿੱਚ ਵੀ ਦੇਖ ਰਹੇ ਆ ਕਿ ਅਸੀਂ 13ਵੀਂ ਪੱਤੀ ਆ, ਇਹਦੇ ਵਿੱਚ ਅਸੀਂ ਜਿਹੜਾ ਆ ਰੋਮਨ ਸਟਿਚ ਪਾ ਰਹੇ ਆ। ਤੇ ਇੱਕ ਸਾਈਡ ਤੋਂ ਪਹਿਲਾਂ ਵੀ ਜਿੱਦਾਂ ਖੱਬੇ ਤੋਂ ਅਸੀਂ ਟਾਂਕਾ ਲੈ ਲਿਆ ਆ, ਫਿਰ ਅਸੀਂ ਸੱਜੇ ਤੋਂ ਲੈ ਲਿਆ। ਇਹਦੇ ਵਿੱਚ ਅਸੀਂ ਸੂਈ ਦਾ ਵਲ ਜਿਹੜਾ ਆ ਤੇ ਸੌਰੀ ਧਾਗੇ ਦਾ ਵਲ ਜਿਹੜਾ ਆ ਸੂਈ ਦੇ ਉੱਪਰ ਦੀ ਅਸੀਂ ਰੱਖਦੇ ਆ। ਇਸ ਤਰ੍ਹਾਂ ਬਾਰ-ਬਾਰ ਕਰਨ ਦੇ ਨਾਲ ਸਾਡੇ ਰੋਮਨ ਸਟਿਚ ਤਿਆਰ ਹੋ ਜਾਂਦਾ ਆ। ਤੇ ਅੱਗੇ ਬੇਟੇ ਆ ਗਿਆ ਸਾਡੇ ਓਵਰਕਾਸਟਿੰਗ ਸਟਿਚ। ਓਵਰਕਾਸਟਿੰਗ ਜਿੱਦਾਂ ਆ ਫਿਰ ਨਾਮ ਤੋਂ ਹੀ ਪਤਾ ਲੱਗਦਾ ਕਿ ਅਸੀਂ ਪਹਿਲਾਂ ਵੀ ਕਈ ਤਰ੍ਹਾਂ ਇਹ ਸਿੱਖਿਆ ਆ। ਫਿਰ ਓਵਰਕਾਸਟਿੰਗ ਸਟਿਚ ਜਿਹੜਾ ਆ ਸਾਡਾ ਇਹ ਕਿਨਾਰਿਆਂ ਨੂੰ ਬੰਨਣ ਵਾਲਾ ਇੱਕ ਸਟਿਚ ਆ। ਇਹਦੇ ਵਿੱਚ ਅਸੀਂ ਕੀ ਕਰਦੇ ਆ, ਇਹ ਜਿੱਦਾਂ ਸਿੰਗਲ ਵੀ ਹੁੰਦਾ ਤਾਂ ਪਰ ਅਸੀਂ ਬਟਨ ਹੋਲ ਦੇ ਵਿੱਚ ਬੇਟੇ ਇਹ ਸਾਡਾ ਆ ਵੀ ਜਿਹੜੇ ਅਸੀਂ ਕਿਨਾਰੇ ਦੇ ਉੱਤੇ ਅਸੀਂ ਸਜਾਵਟੀ ਤੌਰ ਤੇ ਅਸੀਂ ਵਰਤਣਾ ਆ। ਅਸੀਂ ਕੱਚੇ ਸਟਰੋਕ ਟਾਂਕੇ ਦੀ ਮਦਦ ਦੇ ਨਾਲ ਲੈ ਕੇ ਤਾਂ ਅਸੀਂ ਉੱਪਰ ਜਿਹੜਾ ਧਾਗੇ ਦਾ ਵਲ ਦੇ ਕੇ ਅਸੀਂ ਇਹ ਤੇ ਜਿਹੜਾ ਬਾਹਰ ਟਾਂਕਾ ਕੱਢਣਾ ਆ। ਤੇ ਉਸੇ ਤਰ੍ਹਾਂ ਇਹ ਬਾਰ-ਬਾਰ ਕਰਨ ਦੇ ਨਾਲ ਆ ਜਿਹੜਾ ਸਾਡਾ ਇਹ ਓਵਰਕਾਸਟਿੰਗ ਸਟਿਚ ਤਿਆਰ ਹੋ ਜਾਂਦਾ ਹੈ। ਇਹ ਜਿਹੜੇ ਓਵਰਕਾਸਟਿੰਗ ਸਟਿਚ ਨੂੰ ਅਸੀਂ ਐਪਲਿਕ ਵਰਕ ਦੇ ਉੱਤੇ ਜਿੱਦਾਂ ਜਾਂ ਕੋਈ ਪੈਚ ਵਰਕ ਦੇ ਉੱਤੇ ਅਸੀਂ ਇਹਦਾ ਜ਼ਿਆਦਾ ਇਸਤੇਮਾਲ ਕਰਦੇ ਆ, ਕਿਉਂਕਿ ਅਸੀਂ ਕੱਟ ਕੇ ਕੱਪੜਾ ਉੱਪਰ ਅਟੈਚ ਕੀਤਾ ਹੁੰਦਾ ਆ ਤੇ ਉਹਦੇ ਜਿਹੜੇ ਆ ਫਿਰ ਡਿਜ਼ਾਈਨ ਵਾਲੇ ਕੱਪੜੇ ਦੇ ਆ ਜਾਂ ਕੋਈ ਐਪਲਿਕ ਦਾ ਆ ਪੈਚ ਦਾ ਕੱਪੜਾ ਅਸੀਂ ਲਗਾਉਂਦੇ ਆ, ਉਹਦੀਆਂ ਬੁਰਾਂ ਨੂੰ ਨਿਕਲਣੇ ਤੋਂ ਤੇ ਉਹਦੀ ਪਕਿਆਈ ਜਿਹੜੀ ਆ ਨੀਚੇ ਵਾਲੇ ਕੱਪੜੇ ਦੇ ਨਾਲ ਪੱਕੀ ਕਰਨ ਲਈ ਜੋੜਨ ਲਈ ਅਸੀਂ ਇਹ ਓਵਰਕਾਸਟਿੰਗ ਸਟਿਚ ਦੀ ਬਟਨ ਹੋਲ ਇਸ ਓਵਰਕਾਸਟਿੰਗ ਦੇ ਸਟਿਚ ਦੀ ਅਸੀਂ ਵਰਤੋਂ ਕਰਦੇ ਹਾਂ। ਬਟਨ ਹੋਲ ਬੇਟੇ ਤੁਹਾਨੂੰ ਇਹਦੇ ਬਾਰੇ ਪਤਾ ਨਾ ਵੀ ਅਸੀਂ ਗੱਲ ਬਟਨ ਹੋਲ ਸਟਿਚ ਦੀ ਕਰ ਰਹੇ ਹਾਂ ਤੇ ਜਿਹਨੂੰ ਅਸੀਂ ਵਲ ਮਾਰ ਕੇ ਅਸੀਂ ਸਟਿਚ ਬਣਾਉਂਦੇ ਆ, ਇਹ ਉਹਦੀ ਹੀ ਵੈਰਾਈਟੀ ਹੈ। ਅੱਗੇ ਬੇਟੇ ਆ ਗਿਆ ਸਾਡੇ ਨੈਟ ਸਟਿਚ। ਇਹਨੂੰ ਅਸੀਂ ਬੰਦ ਸਟਿਚ ਦੇ ਨਾਮ ਨਾਲ ਵੀ ਜਾਣਦੇ ਹਾਂ। ਇਹ ਜਿਹੜਾ ਹੈ ਵਿੱਚ ਇਹ ਸਾਡੇ ਜਿਹੜਾ ਇਸ ਸਟਿਚ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਸਾਡੇ ਕੋਲ ਸਮਾਂ ਜਿਹੜਾ ਘੱਟ ਹੋਵੇ ਤੇ ਡਿਜ਼ਾਈਨ ਸਾਡੇ ਕੋਲ ਵੱਡਾ ਹੋਵੇ, ਫਿਰ ਅਸੀਂ ਇਹ ਨੈਟ ਬਟਨ ਹੋਲ ਸਟਿਚ ਦੀ ਬੇਟੇ ਅਸੀਂ ਵਰਤੋਂ ਕਰਦੇ ਹਾਂ। ਇਹ ਜਿਹੜਾ ਆ ਬਣਿਆ ਹੋਇਆ ਇੱਕ ਜਾਲੀ ਦੀ ਤਰ੍ਹਾਂ ਇੱਕ ਨੈਟ ਦੀ ਤਰ੍ਹਾਂ ਸਾਨੂੰ ਇਹ ਦਿਖਾਈ ਦਿੰਦਾ ਆ। ਤੇ ਇਹਦੇ ਵਿੱਚ ਜਿਹੜਾ ਆ ਕੀ ਆ ਕਿ ਅਸੀਂ ਤਰਤੀਬਵਾਰ ਜਿਹੜੇ ਆ ਇੱਕ ਲਾਈਨ ਦੇ ਵਿੱਚ ਜਦੋਂ ਕੱਚੇ ਟਾਂਕੇ ਨੂੰ ਲੈਂਦੇ ਆ ਉੱਪਰੋਂ ਜਿਹੜਾ ਆ ਅਸੀਂ ਇਹਨੂੰ ਫਿਰ ਟਾਂਕਾ ਲੈ ਕੇ ਬਰਾਬਰ ਦੂਰੀ ਤੇ ਬਰਾਬਰ ਉਚਾਈ ਤੇ ਆ ਲਾਈਨ ਵਾਰ ਅਸੀਂ ਉੱਪਰ ਧਾਗੇ ਦਾ ਸੂਈ ਦੇ ਉੱਪਰ ਵਲ ਦੇ ਕੇ ਅਸੀਂ ਫਿਰ ਇਹਨੂੰ ਸੂਈ ਨੂੰ ਕੱਢਦੇ ਆ। ਫਿਰ ਅਸੀਂ ਉਹਦੇ ਨਾਲ ਹੀ ਉਹਨੂੰ ਖੱਬੇ ਹੱਥ ਦੇ ਨਾਲ ਉਸ ਵਲ ਨੂੰ ਪਕੜ ਕੇ ਨਾਲ ਹੀ ਅਸੀਂ ਦੂਸਰੇ ਪਾਸਿਓਂ ਜਿਹੜਾ ਬੇਟੇ ਤੇ ਨਾਲ 2 ਪੁਆਇੰਟ ਤੋਂ ਛੱਡ ਕੇ ਅਸੀਂ ਦੁਬਾਰਾ ਟਾਂਕਾ ਸਿੱਧਾ ਉੱਪਰ ਨੂੰ ਕੱਪੜੇ ਦੇ ਆਰ ਪਾਰ ਕੱਢਦੇ ਆ ਤੇ ਫਿਰ ਉੱਪਰੋਂ ਜਿਹੜਾ ਅਸੀਂ ਇਹ ਤੇ ਵਲ ਸੂਈ ਦੇ ਉੱਪਰ ਦੀ ਧਾਗੇ ਦਾ ਦੁਬਾਰਾ ਦੇ ਕੇ ਇਸ ਤਰ੍ਹਾਂ ਸਾਡਾ ਇਹ ਨੈਟ ਸਟਿਚ ਤਿਆਰ ਹੋ ਜਾਂਦਾ ਹੈ। ਇਹ ਜਿਹੜਾ ਬਣਿਆ ਹੋਇਆ ਬਹੁਤ ਹੀ ਸਾਡੇ ਸੋਹਣਾ ਲੱਗਦਾ ਆ। ਹੁਣ ਅਸੀਂ ਬੇਟੇ ਦੇਖਦੇ ਆ ਕਿ ਸਾਡੇ ਕੋਲ ਆ ਗਏ ਤੇ ਚੇਨ ਸਟਿਚ। ਹੁਣ ਅਸੀਂ ਪਹਿਲਾਂ ਜਿੱਦਾਂ ਅਸੀਂ ਲੂਪ ਸਟਿਚ ਬਾਰੇ ਪੜਿਆ, ਇਹ ਜਿਹੜਾ ਆ ਚੇਨ ਸਟਿਚ ਆ ਇਹ ਜਿਹੜਾ ਆ ਲੂਪ ਸਟਿਚ ਦੇ ਨਾਲ ਹੀ ਕੁਛ ਮਿਲਦਾ ਜੁਲਦਾ ਹੈ। ਪਰ ਜਿੱਦਾਂ ਲੂਪ ਸਟਿਚ ਦੀ ਜਿਹੜੀ ਆ ਉਹਦੇ ਵਿੱਚ ਅਸੀਂ ਦੇਖਿਆ ਕਿ ਅਸੀਂ ਧਾਗੇ ਦਾ ਵਲ ਸੂਈ ਦੇ ਉੱਪਰ ਦੀ ਦੇ ਕੇ ਸੂਈ ਨੂੰ ਜਿਹੜਾ ਅਸੀਂ ਕੱਪੜੇ ਦੀ ਸਤਹ ਦੇ ਨਾਲ ਹੀ ਅਸੀਂ ਖਿੱਚਦੇ ਆ, ਉਹ ਵਲ ਜਿਹੜਾ ਆ ਤੇ ਉਹ ਕੱਪੜੇ ਦੇ ਨਾਲ ਹੀ ਰਹਿ ਜਾਂਦਾ ਆ ਤੇ ਥੋੜਾ ਉਹ ਉੱਭਰਵਾਂ ਹੁਣ ਅਸੀਂ ਦੇਖ ਲੱਗੇ ਬੇਟੇ। ਹੁਣ ਅਸੀਂ ਅਗਲਾ ਟਾਂਕਾ ਸਿੱਖੀਏ। ਹਾਂਜੀ ਸ਼ਾਬਾਸ਼। ਤੇ ਹੁਣ ਅਸੀਂ ਦੇਖਦੇ ਆ ਕਿ ਚੇਨ ਸਟਿਚ ਆ, ਇਹ ਸਾਡੀ ਤੀਸਰੀ ਵੈਰਾਈਟੀ ਆ ਜਾਂਦੀ। ਚੇਨ ਸਟਿਚ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਆ ਵੀ ਜਿਹੜਾ ਚੇਨ ਆ ਇੱਕ ਅਸੀਂ ਤੇ ਕੜੀ ਦੇ ਨਾਲ ਕੜੀ ਜੋੜ ਕੇ ਅਸੀਂ ਇਹ ਸਟਿਚ ਜਿਹੜਾ ਆ ਬਣਾਉਂਦੇ ਆ। ਜਿਹੜੇ ਕੜੀ ਦੇ ਨਾਲ ਕੜੀ ਜੋੜ ਕੇ ਚੇਨ ਦੇ ਰੂਪ ਦੇ ਵਿੱਚ ਬਣੇ ਹੁੰਦੇ ਆ ਉਹ ਜਿਹੜੇ ਸਟਿਚਾਂ ਨੂੰ ਅਸੀਂ ਕੀ ਕਹਿੰਦੇ ਆ, ਚੇਨ ਸਟਿਚ। ਇਹ ਜਿਹੜੇ ਆ ਬਣੇ ਹੋਏ ਬਹੁਤ ਹੀ ਸੋਹਣੇ ਲੱਗਦੇ ਆ
ਤੇ ਇਹ ਜਿਹੜਾ ਪੁਰਾਣੇ ਸਮੇਂ ਤੋਂ ਹੀ ਬਹੁਤ ਹੀ ਵਧੀਆ ਤੇ ਮਨ ਭਾਉਂਦਾ ਸਟਿਚ ਆ ਤੇ ਇਹਦੇ ਵਿੱਚ ਸਾਰੇ ਜਿਹੜੇ ਆ ਤੇ ਬਹੁਤ ਹੀ ਦਿਲਚਸਪੀ ਦੇ ਨਾਲ ਆਮ ਇਹ ਸਟਿਚ ਬਣਾਇਆ ਜਾਂਦਾ ਆ। ਇਹ ਬਹੁਤ ਹੀ ਆਸਾਨ ਹੋਣ ਕਾਰਨ ਬਹੁਤ ਹੀ ਇਹ ਲੋਕਪ੍ਰਿਯ ਸਟਿਚ ਆ। ਹੁਣ ਅਸੀਂ ਇਹਦੀਆਂ ਵੱਖ-ਵੱਖ ਵੈਰਾਈਟੀਆਂ ਬਾਰੇ ਜਾਣਾਂਗੇ ਤੇ ਇਹਦੇ ਨਾਲ ਅਸੀਂ ਕਿਹੜੇ-ਕਿਹੜੇ ਟਾਂਕੇ ਬਣਾ ਸਕਦੇ ਹਾਂ। ਹੁਣ ਬੇਟੇ ਜਿੱਦਾਂ ਸਾਡੇ ਕੋਲ ਆ ਗਿਆ ਪਹਿਲਾਂ ਲੇਜ਼ੀ ਡੇਜ਼ੀ, ਜਾਂ ਅਸੀਂ ਇਹਨੂੰ ਜਿਹੜੀ ਆ ਡਿਟੈਕਟਡ ਸਟਿਚ ਚੇਨ ਸਟਿਚ ਦੇ ਨਾਲ ਵੀ ਅਸੀਂ ਜਾਣਦੇ ਹਾਂ। ਇਹ ਲੇਜ਼ੀ ਡੇਜ਼ੀ ਜਿਹੜਾ ਆ, ਜਦੋਂ ਅਸੀਂ ਜਿਹੜਾ ਆ ਤੇ ਕੋਈ ਵੀ ਫਲਾਵਰ ਜਾਂ ਕੋਈ ਪੱਤੀ ਜਿਹੜੀ ਆ ਇੱਕ ਚੇਨ ਦੇ ਵਾਂਗ ਅਸੀਂ ਲੂਪ ਬਣਾ ਕੇ ਬਾਹਰ ਉਹਦਾ ਲੂਪ ਜਿਹੜਾ ਆ ਅਸੀਂ ਕੱਪੜੇ ਦੇ ਉੱਪਰ ਸਾਡੇ ਲੂਜ਼ ਦਿਖਾਈ ਦਿੰਦਾ ਹੈ, ਇੱਕ ਚੇਨ ਜੇ ਬਣਦੀ ਹੈ, ਤਾਂ ਉਸ ਸਟਿਚ ਦਾ ਨੂੰ ਅਸੀਂ ਕੀ ਕਹਿੰਦੇ ਆ ਕਿ ਲੇਜ਼ੀ ਡੇਜ਼ੀ ਸਟਿਚ। ਇਹਨੂੰ ਬਣਾਉਣ ਵੇਲੇ ਅਸੀਂ ਬੇਟੇ ਦੇਖਦੇ ਆ ਕਿ ਜਿਹੜਾ ਅਸੀਂ ਕੱਪੜੇ ਤੇ ਡਿਜ਼ਾਈਨ ਤਿਆਰ ਕੀਤਾ ਆ ਉਹ ਅਸੀਂ ਦੇਖਦੇ ਕਿ ਅਸੀਂ ਸੂਈ ਜਿਹੜੀ ਆ ਕੱਪੜੇ ਵਿੱਚੋਂ ਬਾਹਰ ਕੱਢ ਕੇ ਫਿਰ ਅਸੀਂ ਜਿੰਨਾ ਅਸੀਂ ਡਿਜ਼ਾਈਨ ਦੇ ਅਨੁਸਾਰ ਟਾਂਕਾ ਲੈਣਾ ਆ ਉਹਨਾਂ ਅਸੀਂ ਨੀਚੇ ਤੋਂ ਸੂਈ ਨੂੰ ਬਾਹਰ ਕੱਢਦੇ ਆ ਤੇ ਉਹਦੇ ਉੱਪਰ ਦੀ ਅਸੀਂ ਜਿਹੜਾ ਤੇ ਬਲ ਸੂਈ ਦਾ ਦਿੰਦੇ ਆ। ਫਿਰ ਇਹਦਾ ਅਸੀਂ ਸਾਹਮਣੇ ਦੇਖੋ ਜਿਵੇਂ ਤਸਵੀਰ ਦੇ ਵਿੱਚ ਤੁਹਾਨੂੰ ਦਿਖ ਰਿਹਾ ਤੇ ਅਸੀਂ ਇਹਦਾ ਬਲ ਅਸੀਂ ਕੱਪੜੇ ਦੇ ਉੱਪਰ ਲੂਜ਼ ਜਿਹੜਾ ਛੱਡ ਕੇ ਜਿਹੜਾ ਆ ਇੱਕ ਤੇ ਜਿਹੜਾ ਅਸੀਂ ਬਿੰਦੀ ਟਾਈਪ ਅਸੀਂ ਜਿਹੜੀ ਆ ਤੇ ਨੀਚੇ ਤੋਂ ਨਕੀਲੀ ਤੇ ਉੱਪਰੋਂ ਸਾਡੇ ਇਹ ਗੁਲਾਈ ਦੇ ਰੂਪ ਦੇ ਵਿੱਚ ਸਾਡੇ ਇਹ ਸਟਿਚ ਬਣਦਾ ਆ। ਇਸ ਤਰ੍ਹਾਂ ਅਸੀਂ ਜਦੋਂ ਸੈਂਟਰ ਚੋਂ ਬਾਰ-ਬਾਰ ਇਹ ਸਾਰੀ ਡਾਇਰੈਕਸ਼ਨ ਦੇ ਵਿੱਚ ਅਸੀਂ 4-5 ਪੱਤੀਆਂ ਦਾ ਬਣਾਉਣਾ ਹੋਵੇ ਤੇ ਉੱਪਰ ਅਸੀਂ ਇਹਨੂੰ ਬਣਾ ਕੇ ਤੇ ਫਿਰ ਅਸੀਂ ਕੀ ਕਰਦੇ ਆ ਕਿ ਲੂਪ ਅਸੀਂ ਛੱਡ ਕੇ ਏਦਾਂ ਟਾਂਕਾ ਅਸੀਂ ਜਦੋਂ ਉੱਪਰ ਕੱਢਦੇ ਹਾਂ ਉਹਦਾ ਵਲ ਦਿੰਦੇ ਆ ਤਾਂ ਫਿਰ ਉਹ ਜਦੋਂ ਅਸੀਂ ਸੂਈ ਕੱਢਦੇ ਆ ਫਿਰ ਉਸ ਲੂਪ ਨੂੰ ਅਸੀਂ ਬੰਨ ਪਾਉਂਦੇ ਆ। ਜਿਹੜੇ ਫਿਰ ਅਸੀਂ ਟਾਂਕੇ ਨੂੰ ਅਸੀਂ ਬੰਨ ਪਾਉਂਦੇ ਆ ਉਹ ਬਿਲਕੁਲ ਅਟੈਚ ਹੋ ਜਾਂਦਾ ਆ। ਇਸ ਤਰ੍ਹਾਂ ਇਹ ਬੰਨੇ ਹੋਏ ਟਾਂਕੇ ਜਿਹੜੇ ਆ ਜਦੋਂ ਫਿਰ ਦੁਬਾਰਾ ਫਿਰ ਅਸੀਂ ਦੂਸਰੀ ਜਗ੍ਹਾ ਤੋਂ ਸੂਈ ਸੈਂਟਰ ਦੇ ਵਿੱਚੋਂ ਅਸੀਂ ਥੱਲਿਓਂ ਉੱਪਰ ਨੂੰ ਕੱਢਣੀ, ਇਸੇ ਤਰ੍ਹਾਂ ਅਸੀਂ ਦੁਬਾਰਾ ਦੂਸਰਾ ਟਾਂਕਾ ਲੈਣਾ ਆ। ਲੂਪ ਅਸੀਂ ਲੈ ਕੇ ਫਿਰ ਉਹਦੇ ਸਿਰੇ ਤੋਂ ਅਸੀਂ ਉਹਨੂੰ ਆਰ ਪਾਰ ਜਿਹੜਾ ਆ ਕੋਚਿੰਗ ਸਟਿਚ ਦੀ ਤਰ੍ਹਾਂ ਉਹਨੂੰ ਬੰਨ ਦੇਣਾ ਆ। ਇਸ ਤਰ੍ਹਾਂ ਬੇਟੇ ਸਾਡਾ ਇਹ ਲੇਜ਼ੀ ਡੇਜ਼ੀ ਸਟਿਚ ਤਿਆਰ ਹੋ ਜਾਂਦਾ ਹੈ। ਅੱਗੇ ਆ ਗਿਆ ਸਾਡੇ ਡਬਲ ਲੇਜ਼ੀ ਡੇਜ਼ੀ ਸਟਿਚ। ਕਈ ਵਾਰ ਸਾਡੇ ਆ ਫੁੱਲਾਂ ਦੇ ਡਿਜ਼ਾਈਨ ਜਿਹੜੇ ਆ ਇਹ ਥੋੜੇ ਵੱਡੇ ਫੁੱਲ ਹੁੰਦੇ ਆ, ਜਾਂ ਅਸੀਂ ਦੇਖਦੇ ਆ ਤੇ ਮਲਟੀ ਕਲਰ ਦੇ ਵਿੱਚ ਅਸੀਂ ਜਿਹੜਾ ਆ ਤੇ ਸਾਡਾ ਕੋਈ ਹੈ ਅਸੀਂ ਉਸ ਤਰ੍ਹਾਂ ਨਾਲ ਫੁੱਲ ਬਣਾਉਣਾ ਚਾਹੁੰਦੇ ਆ ਕੱਪੜੇ ਦੇ ਉੱਪਰ ਕਿ ਜਿਹੜਾ ਰੰਗ ਬਰੰਗੇ ਅਸੀਂ ਲੇਜ਼ੀ ਡੇਜ਼ੀ ਨੂੰ ਬਣਾਈਏ। ਉਹਦੇ ਵਿੱਚ ਅਸੀਂ ਕੀ ਕਰਨਾ ਆ ਬੇਟੇ ਕਿ ਜਿਹੜਾ ਆ ਤੇ ਅਸੀਂ ਇੱਕ ਲੇਜ਼ੀ ਡੇਜ਼ੀ ਦੇ ਨਾਲ ਜਦੋਂ ਅਸੀਂ ਫੁੱਲ ਨੂੰ ਬਾਹਰੋਂ ਉਹਦੀ ਆਊਟਲਾਈਨ ਤਿਆਰ ਕਰ ਲੈਣੀ ਆ ਵੱਡੇ ਵੱਡੇ ਟਾਂਕੇ ਪਾ ਕੇ, ਉਹਦੇ ਵਿਚਕਾਰ ਅਸੀਂ ਦੁਬਾਰਾ ਕੰਟਰਾਸਟ ਕਲਰ ਨੂੰ ਜਿਹੜਾ ਆ ਉਹਦੇ ਨਾਲ ਮੈਚਿੰਗ ਕਲਰ ਨੂੰ ਅਸੀਂ ਜਾਂ ਨਾਲ ਅਸੀਂ ਕਲਰ ਸਕੀਮ ਦੇ ਅਨੁਸਾਰ ਜਿੱਦਾਂ ਡਾਰਕ ਉਹ ਤੋਂ ਲਾਈਟ ਅਸੀਂ ਸ਼ੇਡਿੰਗ ਤੌਰ ਤੇ ਵੀ ਅਸੀਂ ਜਿਹੜੇ ਆ ਧਾਗੇ ਦੀ ਵਰਤੋਂ ਕਰਕੇ ਆ ਤੇ ਸੈਂਟਰ ਦੇ ਵਿੱਚੋਂ ਵੱਡੇ ਜਿਹੜੇ ਸਟਿਚ ਦੇ ਵਿੱਚ ਆ ਲੇਜ਼ੀ ਡੇਜ਼ੀ ਦੇ ਵਿੱਚ ਅਸੀਂ ਛੋਟੇ ਸਟਿਚ ਦੀ ਵਰਤੋਂ ਕਰਕੇ ਜਿਹੜਾ ਅਸੀਂ ਉਹਦੇ ਵਿੱਚ ਅਸੀਂ ਲੇਜ਼ੀ ਡੇਜ਼ੀ ਦਾ ਦੂਸਰਾ ਸਟਿਚ ਪਾ ਕੇ ਇਸ ਸਟਿਚ ਨੂੰ ਤਿਆਰ ਕਰ ਸਕਦੇ ਹਾਂ। ਇਹ ਇਸ ਤਰ੍ਹਾਂ ਸਾਡਾ ਡਬਲ ਜਿਹੜਾ ਆ ਲੇਜ਼ੀ ਡੇਜ਼ੀ ਸਟਿਚ ਤਿਆਰ ਹੋ ਜਾਂਦਾ ਹੈ। ਅੱਗੇ ਆ ਗਿਆ ਥ੍ਰੈਡਡ ਲੇਜ਼ੀ ਡੇਜ਼ੀ ਸਟਿਚ। ਜਿਵੇਂ ਥ੍ਰੈਡਡ ਤੋਂ ਅਸੀਂ ਭਾਵ ਤੇ ਸਮਝਦੇ ਜਿਵੇਂ ਪਹਿਲੇ ਵੀ ਅਸੀਂ ਟਾਂਕਿਆਂ ਦੇ ਵਿੱਚ ਕੀਤਾ ਆ, ਜਿਵੇਂ ਕੋਈ ਵੀ ਅਸੀਂ ਸਟਿਚ ਬਣਾਉਂਦੇ ਆ ਉਹਦੇ ਵਿੱਚ ਜਦੋਂ ਅਸੀਂ ਸਟਿਚ ਜਿੱਦਾਂ ਵੀ ਸਾਡਾ ਬਣਿਆ ਹੁੰਦਾ ਤੇ ਉਹਦੇ ਕੱਪੜੇ ਦੇ ਵਿੱਚੋਂ ਨਹੀਂ, ਸਿਰਫ ਅਸੀਂ ਸਟਿਚ ਦੇ ਵਿੱਚੋਂ ਹੀ ਅਸੀਂ ਆਰ ਪਾਰ ਜਦੋਂ ਧਾਗਾ ਘੁਮਾਉਂਦੇ ਆ ਉਹਨੂੰ ਅਸੀਂ ਕੀ ਕਹਿੰਦੇ ਆ ਥ੍ਰੈਡਡ ਤੇ ਜਿਹੜਾ ਉਹ ਸਟਿਚ ਆ ਜਾਂਦਾ। ਬਾਕੀ ਜਿਹੜਾ ਜਿੱਦਾਂ ਹੁਣ ਚੇਨ ਹੋ ਗਈ ਆ ਜਾਂ ਲੇਜ਼ੀ ਡੇਜ਼ੀ ਆ ਗਈ ਆ, ਅਸੀਂ ਜਿਹੜਾ ਉਹੀ ਉਸੇ ਤਰ੍ਹਾਂ ਨਾ ਹੁਣ ਇਹ ਲੇਜ਼ੀ ਡੇਜ਼ੀ ਆ, ਹੁਣ ਅਸੀਂ ਥ੍ਰੈਡਡ ਦੇ ਨਾਲ ਲੇਜ਼ੀ ਡੇਜ਼ੀ ਜਿਹੜਾ ਇਹ ਸਟਿਚ ਬਣਾ ਦਿੱਤਾ। ਹੁਣ ਇਹ ਬੇਟੇ ਇਦਾਂ ਮੈਂ ਤੁਹਾਨੂੰ ਤਾਂ ਦੱਸਦੀ ਕਿ ਤੁਹਾਨੂੰ ਇਸ ਟਾਂਕੇ ਨੂੰ ਤੇ ਉਹਦੇ ਨਾਮ ਦੇ ਬਾਰੇ ਜਿਹੜਾ ਇੱਕ ਦਿਮਾਗ ਦੇ ਵਿੱਚ ਤੁਹਾਡੇ ਬਹਿ ਜਾਵੇ ਕਿ ਆਹ ਟਾਂਕਾ ਜਿਹੜਾ ਹੈ ਇਹਨੂੰ ਕਿਉਂ ਕਿਹਾ ਜਾਂਦਾ ਤੇ ਕਿੱਦਾਂ ਇਹ ਕਹਿ ਸਕਦੇ। ਜਿੱਦਾਂ ਹੁਣ ਇਹਦੀ ਜਗ੍ਹਾ ਤੁਹਾਨੂੰ ਕੋਈ ਹੋਰ ਸਟਿਚ ਵੀ ਆ ਜਾਵੇ ਤੇ ਉਹਦੇ ਅੱਗੇ ਥ੍ਰੈਡਡ ਲੱਗਾ ਹੈ, ਉਹਦਾ ਮਤਲਬ ਇਹ ਆ ਕਿ ਉਸ ਟਾਂਕੇ ਨੂੰ ਜਿਹੜਾ ਸਟਿਚ ਨੂੰ ਜਿਹੜਾ ਹੋਰ ਸਜਾਉਣ ਲਈ ਉਹਨੂੰ
ਜਿਹੜਾ ਆ ਧਾਗਾ ਉਹਦੇ ਵਿੱਚ ਘੁਮਾਇਆ ਗਿਆ ਆ ਕੰਟਰਾਸਟ। ਹੁਣ ਦੇਖੋ ਇਹਦੇ ਵਿੱਚ ਆ ਵੀ ਅਸੀਂ ਲੇਜ਼ੀ ਡੇਜ਼ੀ ਟਾਂਕੇ ਨੂੰ ਅਸੀਂ ਬਣਾ ਲਿਆ ਆ। ਹੁਣ ਦੇਖੋ ਛੋਟੇ ਛੋਟੇ ਫੁੱਲ ਵੀ ਤੇ ਪੱਤੀਆਂ ਵੀ ਅਸੀਂ ਬਣਾ ਲਈਆਂ ਆ। ਫੁੱਲਾਂ ਦੇ ਵਿੱਚ ਅਸੀਂ ਦੇਖਿਆ ਵੀ ਅਸੀਂ ਲੇਜ਼ੀ ਡੇਜ਼ੀ ਦੇ ਸਟਿਚ ਜਿਹੜੇ ਆ ਵੀ ਪੂਰੇ ਰਾਉਂਡ ਦੇ ਵਿੱਚ ਬਣਾ ਕੇ ਤੇ ਫਿਰ ਅਸੀਂ ਉਹਨੂੰ ਕੰਟਰਾਸਟ ਕਲਰ ਦਾ ਧਾਗਾ ਲੈ ਕੇ ਆ ਜਿਹੜੇ ਉੱਪਰ ਉਹਦੇ ਵਿੱਚ ਰਾਉਂਡ ਦੇ ਵਿੱਚ ਸਿਰਿਆਂ ਨੂੰ ਆ ਜਿੱਥੇ ਅਸੀਂ ਪੋਚਿੰਗ ਦੇ ਸਟਿਚਾਂ ਦੇ ਨਾਲ ਅਸੀਂ ਉਹਨੂੰ ਬੰਨ ਪਾਇਆ ਤੇ ਲੇਜ਼ੀ ਡੇਜ਼ੀ ਦੇ ਸਿਰੇ ਅਸੀਂ ਬੰਨਿਆ ਉਹਨੂੰ ਅਸੀਂ ਕੰਟਰਾਸਟ ਰੰਗ ਦੇ ਨਾਲ ਅਸੀਂ ਉਹਨੂੰ ਕਵਰ ਤੇ ਰਾਉਂਡ ਦੇ ਵਿੱਚ ਕਰ ਦਿੱਤਾ। ਆਰ ਪਾਰ ਉਹਨਾਂ ਦੇ ਅਸੀਂ ਧਾਗਾ ਲੰਘਾ ਕੇ ਇਸੇ ਤਰ੍ਹਾਂ ਹੀ ਅਸੀਂ ਪੱਤੀਆਂ ਦੇ ਵਿੱਚ ਤੇ ਇਹ ਬਹੁਤ ਹੀ ਖੂਬਸੂਰਤ ਸਾਡੇ ਕੋਲ ਜਿਹੜਾ ਆ ਥ੍ਰੈਡਡ ਲੇਜ਼ੀ ਡੇਜ਼ੀ ਸਟਿਚ ਦਾ ਨਮੂਨਾ ਤਿਆਰ ਹੋ ਗਿਆ। ਅੱਗੇ ਬੇਟੇ ਸਾਡੇ ਕੋਲ ਆ ਗਿਆ ਲੇਜ਼ੀ ਡੇਜ਼ੀ ਐਂਡ ਸਟ੍ਰੇਟ ਸਟਿਚ। ਹੁਣ ਜਿਵੇਂ ਅਸੀਂ ਪਹਿਲਾਂ ਵੀ ਜਾਣੇ ਤੇ ਹੁਣ ਇਹ ਤੋਂ ਅਸੀਂ ਤਸਵੀਰ ਤੋਂ ਵੀ ਦੇਖ ਕੇ ਆ ਵੀ ਇਹਦੇ ਵਿੱਚ ਸਟ੍ਰੇਟ ਸਟਿਚ ਆ ਤੇ ਇਹਦੇ ਵਿੱਚ ਜਿਹੜਾ ਸਟ੍ਰੋਕ ਸਟਿਚ ਆ ਲੇਜ਼ੀ ਡੇਜ਼ੀ ਅਸੀਂ ਤਿਆਰ ਕਰ ਲਿਆ ਤੇ ਉਹਦੇ ਵਿੱਚ ਅਸੀਂ ਜਿੱਦਾਂ ਹੁਣ ਤੇ ਦੇਖਿਆ ਅਸੀਂ ਕਿਨਾਰਿਆਂ ਤੇ ਜਿਹੜੇ ਆ ਛੋਟੇ ਛੋਟੇ ਜਾਂ ਵੱਡੇ ਅਸੀਂ ਸਟਿਚ ਜਿਹੜੇ ਲੇਜ਼ੀ ਡੇਜ਼ੀ ਦੇ ਅਸੀਂ ਤਿਆਰ ਕਰ ਲਏ ਆ। ਉਹਦੇ ਵਿੱਚ ਅਸੀਂ ਆ ਲੌਂਗ ਐਂਡ ਸ਼ਾਰਟ ਦੇ ਤੌਰ ਤੇ ਵੱਡੇ ਛੋਟੇ ਅਸੀਂ ਜਿਹੜੇ ਆ ਸਟ੍ਰੇਟ ਸਟ੍ਰੋਕ ਸਟਿਚ ਜਿਹੜੇ ਅਸੀਂ ਪਾ ਦਿੱਤੇ ਆ। ਇਸ ਤਰ੍ਹਾਂ ਸਾਨੂੰ ਇਹ ਬਾਰ-ਬਾਰ ਸਟਿਚ ਪਾਉਣ ਨਾਲ ਸਾਡੇ ਕੋਲ ਇਹ ਕੀ ਤਿਆਰ ਹੋ ਗਿਆ ਫਲਾਵਰ ਜਿਹੜਾ ਹੈ ਲੇਜ਼ੀ ਤੇ ਸਟ੍ਰੋਕ ਸਟਿਚ ਦਾ ਇਹ ਸਾਡੇ ਕੋਲ ਫਲਾਵਰ ਤਿਆਰ ਹੋ ਗਿਆ। ਅੱਗੇ ਬੇਟੇ ਸਾਡੇ ਕੋਲ ਆ ਗਿਆ ਚੇਨ ਸਟਿਚ। ਚੇਨ ਸਟਿਚ ਜਿਹੜੀ ਆ ਜਿਵੇਂ ਇਹਦੇ ਤੇ ਚੇਨ ਦਾ ਆ ਤੇ ਇੱਕ ਕੜੀ ਦੇ ਨਾਲ ਕੜੀ ਜੁੜੀ ਹੋਈ ਚੇਨ ਆ ਇੱਕ ਸੰਗਲੀ ਦੇ ਤੌਰ ਤੇ ਇਹ ਸਾਨੂੰ ਬਣਿਆ ਹੋਇਆ ਜਿਹੜਾ ਸਟਿਚ ਦਿਖਾਈ ਦਿੰਦਾ ਆ। ਇੱਕ ਲੂਪ ਜਿਹੜਾ ਦੂਸਰੇ ਲੂਪ ਦੇ ਵਿੱਚ ਸਾਨੂੰ ਇੱਕ ਕੜੀ ਦੇ ਤੌਰ ਤੇ ਦਿਖਾਈ ਦਿੰਦਾ ਆ ਉਹਨੂੰ ਅਸੀਂ ਕੀ ਕਹਿੰਦੇ ਆ ਤੇ ਚੇਨ ਸਟਿਚ। ਇਹਦੇ ਨਾਲ ਅਸੀਂ ਫਲਾਵਰ ਵੀ ਸਿੰਗਲ ਲਾਈਨ ਵੀ ਤੇ ਇਹਦੇ ਸਰਕਲ ਵੀ ਆ ਅਸੀਂ ਵੱਖ-ਵੱਖ ਤਰ੍ਹਾਂ ਨਾਲ ਇਹਦੇ ਡਿਜ਼ਾਈਨ ਤਿਆਰ ਕਰ ਸਕਦੇ ਆ। ਇਹਨੂੰ ਬਣਾਉਣ ਲਈ ਬੇਟੇ ਸਾਡੇ ਕੋਲ ਕੀ ਮੈਥਡ ਆ ਕਿ ਅਸੀਂ ਕੋਈ ਵੀ ਡਿਜ਼ਾਈਨ ਜਿਹੜਾ ਆ ਆਪਣਾ ਤਿਆਰ ਕਰਕੇ ਕੱਪੜੇ ਤੇ ਆ ਜਦੋਂ ਅਸੀਂ ਫਰੇਮ ਲਗਾ ਕੇ ਸੂਈ ਨੂੰ ਅਸੀਂ ਕੱਪੜੇ ਦੇ ਥੱਲਿਓਂ ਤੇ ਉੱਪਰ ਨੂੰ ਬਾਹਰ ਨੂੰ ਧਾਗੇ ਨੂੰ ਪਾਏ ਹੋਏ ਨੂੰ ਕੱਢਦੇ ਆ ਉਹਦੇ ਵਿੱਚ ਡਬਲ ਜਾਂ ਅਸੀਂ ਟ੍ਰਿਪਲ ਧਾਗਾ ਜਿਸ ਤਰ੍ਹਾਂ ਤੇ ਸੂਈ ਜਾਂ ਅਸੀਂ ਕੱਪੜੇ ਦੀ ਮੋਟਾਈ ਆ ਉਹਦੇ ਅਨੁਸਾਰ ਅਸੀਂ ਸੂਈ ਵੀ ਮੋਟੀ ਤੇ ਕੱਪੜਾ ਵੀ ਅਸੀਂ ਜਿਹੜਾ ਕੱਪੜੇ ਦੇ ਅਨੁਸਾਰ ਜਿਹੜਾ ਅਸੀਂ ਧਾਗੇ ਦੀਆਂ ਤੰਦਾਂ ਵੀ ਅਸੀਂ ਵੱਧ ਘੱਟ ਕਰ ਸਕਦੇ ਹਾਂ। ਉਸ ਤਰ੍ਹਾਂ ਕੱਪੜੇ ਦੇ ਵਿੱਚੋਂ ਅਸੀਂ ਸੂਈ ਉੱਪਰ ਬਾਹਰ ਕੱਢੀ ਫਿਰ ਅਸੀਂ ਥੋੜਾ ਜਿਹਾ ਆ ਤੇ ਬਰਾਬਰ ਦਾ 2-3 ਪੁਆਇੰਟ ਦਾ ਜਿਹੜਾ ਅਸੀਂ ਜਿਹੜਾ ਕੱਚੇ ਦਾ ਟਾਂਕਾ ਲਿਆ ਜਿਵੇਂ ਅਸੀਂ ਪਹਿਲੀ ਤਸਵੀਰ ਦੇ ਵਿੱਚ ਦੇਖਿਆ। ਫਿਰ ਅਸੀਂ ਕੀ ਕੀਤਾ ਉਹਦੇ ਉੱਪਰ ਦੇ ਅਸੀਂ ਜਿਹੜਾ ਆ ਨੱਕੇ ਵਾਲੇ ਧਾਗੇ ਜਿਹੜਾ ਅਸੀਂ ਜਿਹੜਾ ਸਾਡੇ ਕੋਲ ਧਾਗਾ ਆ ਉਹਨੂੰ ਸੂਈ ਦੇ ਉੱਪਰ ਦੀ ਵੱਲ ਘੁਮਾ ਦਿੱਤਾ। ਫਿਰ ਅਸੀਂ ਖੱਬੇ ਹੱਥ ਦੇ ਨਾਲ ਅਸੀਂ ਲੂਪ ਨੂੰ ਥੋੜਾ ਤੇ ਲੂਪ ਵਾਲੇ ਧਾਗੇ ਨੂੰ ਫੜ ਕੇ ਹੌਲੀ ਹੌਲੀ ਖਿੱਚਦੇ ਹੋਏ ਇੱਕ ਛੋਟੀ ਤੇ ਕੁੰਡੀ ਜਿਹੀ ਅਸੀਂ ਬਣਾ ਦਿੱਤੀ। ਜੇ ਅਸੀਂ ਇਹਨੂੰ ਬਰਾਬਰ ਸਿੱਧਾ ਖਿੱਚਦੇ ਫਿਰ ਇਹ ਬੇਟੇ ਕੀ ਹੋ ਜਾਣਾ ਸੀਗਾ ਸਾਡੇ ਲੂਪ ਸਟਿਚ ਜਿੱਦਾਂ ਅਸੀਂ ਪਹਿਲਾਂ ਬਟਨ ਹੋਲ ਵਗੈਰਾ ਅਸੀਂ ਦੇਖੀ ਤੇ ਹੁਣ ਅਸੀਂ ਦੇਖਦੇ ਹਾਂ ਇਹਦੇ ਵਿੱਚ ਅਸੀਂ ਇੱਕ ਤੇ ਕੁੰਡੀ ਜਿਹੀ ਵਾਂਗ ਇੱਕ ਕੜੀ ਦੇ ਤਰ੍ਹਾਂ ਅਸੀਂ ਇਹ ਸਟਿਚ ਨੂੰ ਛੱਡਿਆ ਆ। ਇਸ ਤਰ੍ਹਾਂ ਇਹ ਸਾਡਾ ਤੇ ਚੇਨ ਸਟਿਚ ਦਾ ਇੱਕ ਸਟਿਚ ਬਣਿਆ। ਫਿਰ ਅਸੀਂ ਜਦੋਂ ਅਗਲਾ ਸਟਿਚ ਲੈਣਾ ਆ ਫਿਰ ਜਿਵੇਂ ਪੁਰਾਣੇ ਸਟਿਚ ਦੇ ਵਿੱਚੋਂ ਹੀ ਅਸੀਂ ਸੂਈ ਥੱਲੇ ਖੋਬ ਕੇ ਉਨੀ ਹੀ ਸਪੇਸ ਤੇ ਅਗਲਾ ਟਾਂਕਾ ਕੱਚੇ ਦਾ ਅਸੀਂ ਭਰਨਾ ਆ ਤੇ ਉਹਦੇ ਨਾਲ ਕੀ ਆ ਕਿ ਸਾਡਾ ਦੁਬਾਰਾ ਫਿਰ ਉਸੇ ਤਰ੍ਹਾਂ ਧਾਗੇ ਦਾ ਵਾਲ ਦੇ ਕੇ ਅੱਗੇ ਸੂਈ ਕੱਢ ਕੇ ਇਦਾਂ ਬਾਰ-ਬਾਰ ਕਰਨ ਦੇ ਨਾਲ ਦੇਖੋ ਸਾਰੀ ਸਾਡੀ ਚੇਨ ਸਟਿਚ ਜਿਹੜਾ ਸਾਡਾ ਇਹ ਤਿਆਰ ਹੋ ਜਾਂਦਾ ਹੈ। ਇਹਦੇ ਲੂਪ ਛੋਟੇ ਛੋਟੇ ਬਹੁਤ ਹੀ ਸੋਹਣੇ ਲੱਗਦੇ ਆ। ਬਰਾਬਰ ਹੋਣੇ ਚਾਹੀਦੇ ਆ ਧਾਗੇ ਨੂੰ ਜਿਹੜਾ ਆ ਤੇ ਜ਼ਿਆਦਾ ਨਹੀਂ ਖਿੱਚਣਾ ਚਾਹੀਦਾ ਨਾ ਹੀ ਬਹੁਤਾ ਢਿੱਲਾ ਛੱਡਣਾ ਚਾਹੀਦਾ ਹੈ ਜ਼ਰੂਰਤ ਤੋਂ ਬਿਨਾਂ। ਅੱਗੇ ਬੇਟੇ ਆ ਗਿਆ ਸਾਡੇ ਤੇ ਜਿਗ ਜੈਗ ਚੇਨ ਸਟਿਚ। ਜਿਵੇਂ ਕਿ ਅਸੀਂ ਦੇਖਦੇ ਵੀ ਜਿਗ ਜੈਗ ਜਿਹੜਾ ਹੈ ਇੱਕ ਲਹਿਰਾਂ ਦੀ ਤਰ੍ਹਾਂ ਇਹ ਤੇ ਸਾਡਾ ਸਟਿਚ ਹੁੰਦਾ ਹੈ। ਜਿਗ ਜੈਗ ਇਹਨੂੰ ਕਹਿੰਦੇ ਵੀ ਇੱਕ ਲਹਿਰੀਏ ਦੇ ਤੌਰ ਤੇ ਇਹ ਸਾਡੇ ਦਿਖਾਈ ਦਿੰਦਾ ਹੈ। ਜਦੋਂ ਅਸੀਂ ਚੇਨ ਸਟਿਚ ਨੂੰ ਬੇਟੇ ਆ ਤੇ ਜਿਹੜਾ ਆ ਤੇ ਇੱਕ ਲਹਿਰੀਏ ਦੇ ਤੌਰ ਤੇ ਉੱਪਰ ਨੀਚੇ ਕਰਕੇ ਅਸੀਂ ਸਟਿਚ ਲੈਣੇ ਆ
ਤੇ ਉਹ ਜਿਹੜਾ ਤਿਆਰ ਹੁੰਦਾ ਹੈ ਉਹ ਸਾਡੇ ਕੋਲ ਜਿਹੜਾ ਆ ਜਿਗ ਜੈਗ ਚੇਨ ਸਟਿਚ ਤਿਆਰ ਹੋ ਜਾਂਦਾ ਹੈ। ਇਹ ਬਾਰਡਰਾਂ ਦੇ ਵਿੱਚ ਆ, ਬਾਰਡਰ ਜਿਹੜਾ ਆ ਤੇ ਅਸੀਂ ਕਮੀਜ਼ ਦਾ ਜਾਂ ਕੋਈ ਵੀ ਕਿਸੇ ਵੀ ਅਸੀਂ ਜਿਹੜੀ ਆ ਕੋਈ ਆਊਟਲਾਈਨ ਆ ਜਾਂ ਕੋਈ ਵੀ ਬਾਰਡਰ ਤਿਆਰ ਕਰਨਾ ਹੁੰਦਾ ਤੇ ਉਹਦੇ ਉੱਤੇ ਇਹ ਜਿਹੜਾ ਬਣਿਆ ਹੀ ਬਹੁਤ ਹੀ ਸੋਹਣਾ ਲੱਗਦਾ ਆ। ਉੱਤੇ ਅਸੀਂ ਜ਼ਿਆਦਾ ਇਹਨਾਂ ਦਾ ਇਸਤੇਮਾਲ ਕਰਦੇ ਆ। ਇਹਦੇ ਵਿੱਚ ਕੀ ਆ ਕਿ ਜਿਵੇਂ ਚੇਨ ਸਟਿਚ ਤੁਹਾਨੂੰ ਪਾਉਣਾ ਦੱਸਿਆ ਤੇ ਇੱਕ ਆਊਟਲਾਈਨ ਦੇ ਵਿੱਚ ਆ ਵੀ ਸ਼ੇਪ ਦੇ ਵਿੱਚ ਅਸੀਂ ਜਿਹੜੇ ਆ ਛੋਟੇ ਛੋਟੇ ਡਿਜ਼ਾਈਨ ਦੇ ਉੱਪਰ ਅਸੀਂ ਤੇ ਜਿਹੜੇ ਨਿਸ਼ਾਨ ਲਗਾ ਲਏ, ਜਿਹਦੇ ਨਾਲ ਕਿ ਸਾਡਾ ਸਟਿਚ ਜਿਹੜਾ ਹੈ ਵੱਡਾ ਛੋਟਾ ਨਾ ਹੋਵੇ। ਫਿਰ ਅਸੀਂ ਕਿ ਸੂਈ ਕੱਪੜੇ ਦੇ ਵਿੱਚ ਉੱਪਰ ਕੱਢ ਕੇ ਧਾਗੇ ਵਾਲੀ ਤੇ ਉਹਨੂੰ ਅਸੀਂ ਸਟਿਚ ਨੂੰ ਅਸੀਂ ਲਿਆ, ਟਾਂਕੇ ਨੂੰ ਅਸੀਂ ਨੀਚੇ ਤੋਂ ਉੱਪਰ ਨੂੰ ਤੇ ਉਹਦੇ ਵਿੱਚ ਅਸੀਂ ਧਾਗੇ ਦੇ ਵਲ ਨੂੰ ਪਾ ਕੇ ਫਿਰ ਦੁਬਾਰਾ ਉਹਨੂੰ ਉੱਪਰਲੇ ਪਾਸੇ ਨੂੰ ਇੱਕ ਵਲ ਥੱਲੇ ਨੂੰ ਤੇ ਇੱਕ ਉੱਪਰ ਨੂੰ ਇਸ ਤਰ੍ਹਾਂ ਵਾਰ-ਵਾਰ ਕਰਨ ਦੇ ਨਾਲ ਸਾਡਾ ਇਹ ਡਿਜ਼ਾਈਨ ਬਣ ਜਾਂਦਾ। ਜਿਵੇਂ ਅਸੀਂ ਦੇਖ ਰਹੇ ਹਾਂ ਕਿ ਥੱਲੇ ਮੱਛੀ ਦੇ ਵਿੱਚ ਵੀ, ਮੱਛੀ ਦੀ ਡਰਾਇੰਗ ਦੇ ਵਿੱਚ ਵੀ ਡਿਜ਼ਾਈਨ ਦੇ ਵਿੱਚ ਆ ਉਹਨਾਂ ਨੇ ਸੈਂਟਰ ਦੇ ਵਿੱਚ ਵੀ ਉੱਪਰ ਥੱਲੇ ਵੀ ਇਹ ਸਿੰਪਲ ਚੇਨ ਵੀ ਤੇ ਜਿਹੜੇ ਜਿਗ ਜੈਗ ਚੇਨ ਸਟਿਚ ਦਾ ਵੀ ਤੇ ਲੇਜ਼ੀ ਡੇਜ਼ੀ ਦਾ ਵੀ ਸਾਰਿਆਂ ਦਾ ਜਿਹੜਾ ਹੈ ਇਸਤੇਮਾਲ ਕੀਤਾ ਹੋਇਆ। ਹੁਣ ਸਾਡੇ ਕੋਲ ਆ ਗਿਆ ਬੇਟੇ ਅੱਗੇ ਜਿਹੜਾ ਆ ਟਵਿਸਟਡ ਚੇਨ ਸਟਿਚ। ਇਹਦੇ ਵਿੱਚ ਵੀ ਆ ਟਵਿਸਟਡ ਦਾ ਮਤਲਬ ਆ ਗਿਆ ਕਿ ਸਾਡਾ ਕੋਈ ਵੀ ਅਸੀਂ ਜਿਹੜਾ ਆ ਟਵਿਸਟਡ ਜਿਹੜਾ ਸਾਡਾ ਕਿ ਅਸੀਂ ਘੁਮਾ ਕੇ ਵੜ ਲੈਣਾ। ਜਿਹੜਾ ਅਸੀਂ ਚੇਨ ਸਟਿਚ ਦੇ ਵਿੱਚ ਅਸੀਂ ਦੇਖਿਆ ਕਿ ਜਿਵੇਂ ਅਸੀਂ ਸਿੰਪਲ ਅਸੀਂ ਜਿਹੜਾ ਆ ਸਟਿਚ ਅਸੀਂ ਚੇਨ ਦਾ ਸਿੱਧਾ ਵਲ ਪਾ ਕੇ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਕੀ ਕਰਨਾ ਆ ਕਿ ਥੋੜਾ ਜਿਹਾ ਆ ਸੂਈ ਜਿਹੜੀ ਆ ਚੇਨ ਵਾਲੇ ਟਾਂਕੇ ਚੋਂ ਜਿੱਦਾਂ ਅਸੀਂ ਉਹਦੇ ਵਿੱਚੋਂ ਥੋੜੀ ਬਾਹਰ ਅਸੀਂ ਤਿਰਛੇ ਕੱਚੇ ਦੀ ਤਰ੍ਹਾਂ ਛੋਟਾ ਜਿਹਾ ਇੱਕ ਸਟਿਚ ਲੈਣਾ ਆ। ਫਿਰ ਅਸੀਂ ਸੂਈ ਵਾਲੇ ਵਲ ਨੂੰ ਜਿਹੜਾ ਆ ਪਹਿਲਾਂ ਅਸੀਂ ਤੇ ਉਹਦੇ ਤੇ ਇੱਕ ਵਲ ਅਸੀਂ ਤਿਆਰ ਕਰ ਲੈਣਾ ਆ। ਫਿਰ ਉਹਦੇ ਵਿੱਚੋਂ ਅਸੀਂ ਸੂਈ ਨੂੰ ਲੰਘਾਉਂਦੇ ਹੋਏ ਤੇ ਜਿਹੜਾ ਅੱਗੇ ਜਿਹੜਾ ਇਸ ਉੱਪਰ ਦੀ ਅਸੀਂ ਸਿੰਪਲ ਵਲ ਪਾ ਦੇਣਾ ਆ। ਪਹਿਲਾਂ ਅਸੀਂ ਇਹਦੇ ਵਿੱਚ ਟਵਿਸਟਡ ਜਿਹੜਾ ਵਲ ਅਸੀਂ ਜਿਹੜਾ ਘੁਮਾ ਕੇ ਅਸੀਂ 8 ਦੇ ਰੂਪ ਦੇ ਵਿੱਚ ਅਸੀਂ ਬਣਾਇਆ, ਇੱਕ ਅਸੀਂ ਸਿੱਧਾ ਉੱਪਰ ਦੀ, ਦੂਸਰਾ ਅਸੀਂ ਘੁਮਾ ਕੇ ਜਿਹੜਾ 8 ਦੇ ਰੂਪ ਦੇ ਵਿੱਚ ਵਲ ਪਾਇਆ ਆ ਉਹ ਜਿਹੜਾ ਸਾਡਾ ਆ ਫਿਰ ਇਹ ਟਵਿਸਟਡ ਜਿਹੜਾ ਆ ਚੇਨ ਸਟਿਚ ਬਣ ਜਾਂਦਾ। ਪਹਿਲਾਂ ਘੁਮਾ ਕੇ ਤੇ ਫਿਰ ਅਸੀਂ ਸਿੰਪਲ ਜਿਹੜਾ ਵਲ ਉੱਤੇ ਪਾ ਦਿੱਤਾ ਤੇ ਫਿਰ ਅਸੀਂ ਸੂਈ ਨੂੰ ਕੱਪੜੇ ਦੇ ਵਿੱਚੋਂ ਕੱਢਿਆ। ਇਸ ਤਰ੍ਹਾਂ ਸਾਡਾ ਇਹ ਟਵਿਸਟਡ ਜਿਹੜਾ ਆ ਮਜ਼ਬੂਤੀ ਕਿਨਾਰਿਆਂ ਦੀ ਬਣਾਉਣ ਦੇ ਵਿੱਚ ਇਹ ਸਟਿਚ ਵਰਤਿਆ ਜਾਂਦਾ ਹੈ। ਅੱਗੇ ਬੇਟੇ ਆ ਗਿਆ ਸਾਡਾ ਤੇ ਕੇਵਲ ਚੇਨ ਸਟਿਚ। ਇਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਇਹ ਵੀ ਚੇਨ ਸਟਿਚ ਦਾ ਹੀ ਇੱਕ ਰੂਪ ਆ। ਇਹ ਵੀ ਇੱਕ ਨਾਲੋਂ ਨਾਲ ਜੋੜਦੀ ਹੋਈ ਕੜੀ ਦੇ ਰੂਪ ਦੇ ਵਿੱਚ ਆ। ਇਹਦੇ ਵਿੱਚ ਕੀ ਆ ਕਿ ਜਿੱਦਾਂ ਸੰਗਲੀਆਂ ਨੂੰ, ਦੋ ਕੜੀਆਂ ਨੂੰ ਜੋੜਨ ਲਈ ਵਿੱਚ ਇੱਕ ਸਟਿਚ ਦੀ ਵਰਤੋਂ ਕੀਤੀ ਜਾਂਦੀ ਆ, ਜਿਹਦੇ ਨਾਲ ਇਹ ਸਾਡਾ ਤੇ ਕੇਵਲ ਸਟਿਚ ਜਿਹੜਾ ਆ ਚੇਨ ਸਟਿਚ ਸਾਡਾ ਤਿਆਰ ਹੁੰਦਾ ਆ। ਇਹਦੇ ਵਿੱਚ ਕੀ ਆ ਕਿ ਅਸੀਂ ਪਹਿਲਾਂ ਦੇਖਦੇ ਆ ਕਿ ਇੱਕ ਸਿੰਪਲ ਵਲ ਜਿਹੜਾ ਥੱਲਿਓਂ ਸੂਈ ਨੂੰ ਅਸੀਂ ਉੱਪਰ ਕੱਢਦੇ ਆ ਤੇ ਫਿਰ ਅਸੀਂ ਦੇਖਦੇ ਆ ਕਿ ਇੱਕ ਛੋਟੇ ਜਿਹੇ ਤੇ ਕੱਚੇ ਦੇ ਰੂਪ ਦੇ ਵਿੱਚ ਅਸੀਂ ਟਾਂਕਾ ਲਿਆ। ਫਿਰ ਅਸੀਂ ਇੱਕ ਸਿੰਪਲ ਧਾਗੇ ਦਾ ਵਲ ਮਾਰਿਆ, ਉਸ ਵਲ ਦੇ ਵਿੱਚ ਹੀ ਅਸੀਂ ਵਲ ਦੇ ਵਿੱਚੋਂ ਅਸੀਂ ਸੂਈ ਨੂੰ ਅੱਗੇ ਕੱਚੇ ਦੇ ਰੂਪ ਦੇ ਵਿੱਚ ਥੋੜਾ ਜਿਹਾ 2-3 ਪੁਆਇੰਟ ਤੇ ਅੱਗੇ ਜਿੰਨੀ ਅਸੀਂ ਦੂਰੀ ਤੇ ਟਾਂਕਾ ਲੈਣਾ ਆ ਤੇ 2 ਪੁਆਇੰਟ ਤੇ ਬਾਹਰ ਅਸੀਂ ਸੂਈ ਨੂੰ ਬਾਹਰ ਕੱਢਿਆ ਤੇ ਉਹਦੇ ਉੱਪਰ ਦੀ ਅਸੀਂ ਸਿੰਗਲ ਜਿਹੜਾ ਆ ਸਿੰਪਲ ਜਿਹੜਾ ਆ ਧਾਗਾ ਅਸੀਂ ਤੇ ਜਿਹੜਾ ਤੇ ਚੇਨ ਦਾ ਆ ਜਿਹੜਾ ਸਾਡੇ ਸੂਈ ਦੇ ਵਿੱਚ ਆ ਉਹਨੂੰ ਅਸੀਂ ਉਹਦੇ ਉੱਪਰ ਦੀ ਕਵਰ ਕੀਤਾ ਤੇ ਵਲ ਦੇ ਵਿੱਚੋਂ ਜਦੋਂ ਅਸੀਂ ਸਿੰਪਲ ਵਲ ਨੂੰ ਤੇ ਸੂਈ ਨੂੰ ਕੱਢਿਆ ਆ ਤੇ ਉਹ ਜਿਹੜਾ ਸਾਡਾ ਇਹ ਇੱਕ ਸੰਗਲੀ ਦੀਆਂ ਕੜੀਆਂ ਨੂੰ ਜੋੜਦਾ ਹੋਇਆ ਜਿਹੜਾ ਇਹ ਬੇਟੇ ਸਾਡੇ ਸਟਿਚ ਤਿਆਰ ਹੋ ਜਾਂਦਾ ਹੈ। ਜਿਵੇਂ ਦੇਖੋ ਤਸਵੀਰ ਦੇ ਵਿੱਚ ਆ ਉਹ ਗੱਲ ਦੇ ਵਿੱਚ ਆ ਤੇ ਵੱਖ-ਵੱਖ ਜਿਹੜੇ ਆ ਤੇ ਚੇਨਾਂ ਜਿਹੜੀਆਂ ਦੇ ਰੂਪ ਦੇ ਵਿੱਚ ਇਹ ਬਣ ਜਾਂਦਾ ਆ ਤੇ ਉਸੇ ਤਰ੍ਹਾਂ ਹੀ ਇਹ ਦੇਖਣ ਨੂੰ ਬਹੁਤ ਹੀ ਸੋਹਣਾ ਲੱਗਦਾ ਤੇ ਬਣਾਉਣ ਨੂੰ ਵੀ ਇਹ ਥੋੜਾ ਅਭਿਆਸ ਦੇ ਨਾਲ ਹੈ, ਬਹੁਤ ਹੀ ਆਸਾਨ ਆ ਤੇ ਇਹਨੂੰ ਬਣਾ ਕੇ ਬੇਟੇ ਤੁਸੀਂ ਸਾਰੇ ਜਣੇ ਜ਼ਰੂਰ ਇਹਨਾਂ ਨੂੰ ਸਾਰੇ ਸਟਿਚਾਂ ਨੂੰ ਵਰਤੋਂ ਤੇ ਆਪਣੀ ਜਿਹੜੀ ਆ ਕਢਾਈ ਨੂੰ ਹੋਰ ਖੂਬਸੂਰਤ ਤੇ ਆਪਣੇ ਨੌਲੇਜ ਨੂੰ ਵਧਾਇਓ। ਅੱਗੇ ਆ ਗਿਆ, ਜੇ ਕੋਈ ਨਹੀਂ ਸਮਝ ਲੱਗਦੀ ਬੇਟੇ ਤੁਸੀਂ ਮੈਨੂੰ ਇਹ ਬਾਅਦ ਚ ਦੱਸ ਦਈਓ, ਉਹਨੂੰ ਦੁਬਾਰਾ ਤੁਹਾਨੂੰ ਦੱਸ ਦੇਵਾਂਗੇ। ਤੇ
वैसे तो आस है पे तुसी समझते होवोगे। ते अगे पे आ गया साडे को डबल चेन स्टिच। हुण असीं जिद्दां सिंगल चेन स्टिच लई आ, हुण असीं दो पैरल लाइनां दे विच आ असीं बराबर दूरी ते आ पे एक जिहड़ी आ सूई दे विच असीं पे दो असीं कंट्रास्ट रंग दे धागे भी पा सकदे आ ते असीं सिंगल धागे भी असीं पे जिहड़े आ दो दो चार तंद असीं पा लए आ ਤੇ ਉਹਨੂੰ ਅਸੀਂ ਜਦੋਂ ਦੋ ਪੈਰਲਲ ਲਾਈਨਾਂ ਦੇ ਵਿੱਚ ਬਾਰ-ਬਾਰ ਅਸੀਂ ਖੱਬੇ ਸੱਜੇ ਚੇਨ ਕਰਦੇ ਤਾਂ ਉਹ ਜਿਹੜਾ ਸਾਡਾ ਆ ਡਬਲ ਚੇਨ ਸਟਿਚ ਤਿਆਰ ਹੁੰਦਾ ਹੈ। ਇਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਾਨੂੰ ਜਿਹੜਾ ਆ ਕਿ ਸਟ੍ਰੋਕ ਸਟਿਚ ਆ ਵੱਡੇ ਕੱਚੇ ਦੀ ਮਦਦ ਦੇ ਗਾਈਡ ਲਾਈਨਾਂ ਦੋ ਤਿਆਰ ਕਰ ਲੈਣੀਆਂ ਚਾਹੀਦੀਆਂ ਆ। ਫਿਰ ਉਹਦੇ ਵਿੱਚ ਅਸੀਂ ਕੀ ਕਰਦੇ ਆ ਕਿ ਦੋਨੋਂ ਸਾਈਡਾਂ ਤੋਂ ਪਕਿਆਈ ਦੇ ਲਈ ਅਸੀਂ ਵੀ ਇਹ ਸਟਿਚ ਦੀ ਵਰਤੋਂ ਕਰਦੇ ਹਾਂ। ਪਹਿਲਾਂ ਅਸੀਂ ਖੱਬੇ ਪਾਸੇ ਜਿਹੜਾ ਆ ਉੱਪਰੋਂ ਬਰਾਬਰ ਦਾ ਜਿਹੜਾ ਆ ਟਾਂਕਾ ਲੈ ਕੇ ਤੇ ਜਿਹੜਾ ਆ ਸੂਈ ਦੇ ਥੱਲੇ ਉੱਪਰ ਨੂੰ ਕੱਢਦੇ ਤਾਂ ਫਿਰ ਅਸੀਂ ਉੱਪਰ ਦੀ ਵਲ ਦਿੰਨੇ ਆ ਤੇ ਇਸੇ ਤਰ੍ਹਾਂ ਫਿਰ ਅਸੀਂ ਸੱਜੇ ਪਾਸੇ ਵੀ ਪੂਰਾ ਵਲ ਤੇ ਟਾਂਕਾ ਲੈ ਕੇ ਬਰਾਬਰ ਦੂਰੀ ਤੇ ਆ ਤੇ ਉਹਦਾ ਅਸੀਂ ਧਾਗੇ ਦਾ ਵਲ ਦਿੰਨੇ ਆ। ਉਸੇ ਤਰ੍ਹਾਂ ਇਹ ਬਾਰ-ਬਾਰ ਕਰਨ ਦੇ ਨਾਲ ਇਹ ਸਾਡਾ ਡਬਲ ਚੇਨ ਸਟਿਚ ਜਿਹੜਾ ਆ ਤਿਆਰ ਹੋ ਜਾਂਦਾ ਹੈ। ਤੇ ਅੱਗੇ ਬੇਟੇ ਸਾਡੇ ਕੋਲ ਇਹ ਆ ਗਿਆ ਸਾਡੇ ਕੋਲ ਫੈਦਰ ਸਟਿਚ। ਤੇ ਜਿੱਦਾਂ ਹੁਣ ਫੈਦਰ ਸਟਿਚ ਆ ਅਸੀਂ ਪਹਿਲਾਂ ਵੀ ਜਿਵੇਂ ਅਸੀਂ ਲੂਪ ਛੱਡ ਕੇ ਤੇ ਜਿਹੜਾ ਆ ਅਸੀਂ ਬਣਾਇਆ ਸੀਗਾ ਤੇ ਲੂਪ ਸਟਿਚ ਦੇ ਵਿੱਚ ਵੀ ਹੁਣ ਅਸੀਂ ਚੇਨ ਸਟਿਚ ਦੇ ਵਿੱਚ ਵੀ ਫੈਦਰ ਸਟਿਚ ਅਸੀਂ ਜਿਹੜਾ ਆ ਇੱਕ ਸਿੰਗਲ ਲਾਈਨ ਦੇ ਉੱਪਰ ਅਸੀਂ ਤਿਆਰ ਇਹ ਫੈਦਰ ਚੇਨ ਸਟਿਚ ਅਸੀਂ ਕਰ ਸਕਦੇ ਹਾਂ। ਇਹਦੇ ਵਿੱਚ ਕੀ ਹੈ ਬੇਟੇ ਸਾਡੇ ਕਿ ਅਸੀਂ ਸਿੰਗਲ ਲਾਈਨ ਦੇ ਉੱਪਰ ਅਸੀਂ ਇੱਕ ਖੱਬੇ ਨੂੰ ਅਸੀਂ ਟਾਂਕਾ ਪਹਿਲਾਂ ਚੇਨ ਦਾ ਲੈ ਲਾਂਗੇ, ਚੇਨ ਦਾ ਸਟਿਚ ਅਸੀਂ ਪਾ ਕੇ ਫਿਰ ਅਸੀਂ ਉਹ ਤੋਂ ਅੱਗੇ ਛੋਟਾ ਜਿਹਾ ਇੱਕ ਸਟ੍ਰੋਕ ਸਟਿਚ ਦਾ ਕੱਚੇ ਦਾ ਟਾਂਕਾ ਅਸੀਂ ਸੈਂਟਰ ਤੱਕ ਜਾਵਾਂਗੇ। ਫਿਰ ਉਹਦੇ ਅਸੀਂ ਸੱਜੇ ਪਾਸੇ ਵੀ ਸੇਮ ਉਸੇ ਤਰ੍ਹਾਂ ਚੇਨ ਦਾ ਸਟਿਚ ਪਾਉਂਦੇ ਹੋਏ ਜਿਹੜਾ ਆ ਤੇ ਉੱਪਰ ਉਹਦੇ ਓਵਰਲੈਪ ਕਰਕੇ ਅਸੀਂ ਸਟਿਚ ਨੂੰ ਜਿਹੜਾ ਆ ਕੱਚੇ ਦੇ ਤੌਰ ਤੇ ਥੋੜਾ ਅੱਗੇ ਬਰਾਬਰ ਸਟਿਚ ਤੇ ਲਿਜਾ ਕੇ ਫਿਰ ਇਹਦਾ ਖੱਬੇ ਸੱਜੇ ਅਸੀਂ ਬਰਾਬਰ ਬਰਾਬਰ ਚੇਨ ਪਾਉਂਦੇ ਹੋਏ ਤੇ ਸਟ੍ਰੋਕ ਸਟਿਚ ਵੀ ਸੈਂਟਰ ਦੇ ਵਿੱਚ ਇਹਨੂੰ ਜੋੜਨ ਲਈ ਕੜੀ ਦਾ ਕੰਮ ਕਰਦਾ ਆ। ਉਹਨੂੰ ਬਰਾਬਰ ਬਰਾਬਰ ਪਾਉਂਦੇ ਹੋਏ ਅਸੀਂ ਇਹ ਸਟਿਚ ਜਿਹੜਾ ਆ ਤਿਆਰ ਕਰ ਸਕਦੇ ਆ ਫੈਦਰ ਚੇਨ ਸਟਿਚ। ਅੱਗੇ ਬੇਟੇ ਆ ਗਿਆ ਸਾਡੇ ਕੋਲ ਬੀਟ ਏਅਰ ਸਟਿਚ। ਬੀਟ ਏਅਰ ਸਟਿਚ ਦੇ ਵਿੱਚ ਆ ਤੇ ਸਾਡੇ ਜਿਹੜਾ ਆ ਤੇ ਅਸੀਂ ਦੇਖਦੇ ਆ ਸਟ੍ਰੋਕ ਸਟਿਚ ਦੀ ਤੇ ਚੇਨ ਸਟਿਚ ਦੀ ਤੇ ਸਾਈਡਾਂ ਤੇ ਖੱਬੇ ਸੱਜੇ ਅਸੀਂ ਸਟ੍ਰੋਕ ਸਟਿਚ ਕੱਚੇ ਦਾ ਸਟਿਚ ਤੇ ਫਿਰ ਅਸੀਂ ਸੈਂਟਰ ਦੇ ਵਿੱਚ ਆ ਉੱਪਰਲੇ ਸਟਿਚ ਦੇ ਨਾਲ ਅਸੀਂ ਜੋੜਨ ਲਈ ਇੱਕ ਲਾਈਨ ਨੂੰ ਅੱਗੇ ਵਧਾਉਣ ਲਈ ਅਸੀਂ ਚੇਨ ਸਟਿਚ ਦੀ ਵਰਤੋਂ ਕਰਦੇ ਆ। ਇਹ ਜਿਹੜਾ ਆ ਸਾਡਾ ਕਿਹੜਾ ਸਟਿਚ ਆ ਜਾਂਦਾ ਆ ਬੀਟ ਏਅਰ ਸਟਿਚ ਸਾਡੇ ਇਹ ਬਣ ਜਾਂਦਾ ਆ। ਇਹਨੂੰ ਅਸੀਂ ਬਣਨ ਲਈ ਪਹਿਲਾਂ ਅਸੀਂ ਜਿਵੇਂ ਤੇ ਦੋ ਲਾਈਨਾਂ ਅਸੀਂ ਤਿਆਰ ਅਸੀਂ ਕਰ ਲਈਆਂ ਆ ਬਰਾਬਰ ਦੂਰੀ ਤੇ ਅਸੀਂ ਉਹਨਾਂ ਤੇ ਨਿਸ਼ਾਨ ਲਾ ਲਏ ਆ ਜਾਂ ਅਸੀਂ ਮੋਟੇ ਮੋਟੇ ਕੱਚੇ ਅਸੀਂ ਸਟ੍ਰੋਕ ਸਟਿਚ ਦੇ ਤਿਆਰ ਕਰ ਲਏ ਆ। ਉਹਦੇ ਨਾਲ ਜਿਹੜਾ ਆ ਅਸੀਂ ਖੱਬੇ ਦਾ ਇੱਕ ਟਾਂਕਾ ਤਿਰਛਾ ਡਾਇਗੋਨਲ ਸਟਿਚ ਲੈਣਾ, ਫਿਰ ਅਸੀਂ ਸੱਜੇ ਦਾ ਡਾਇਗੋਨਲ ਸਟਿਚ ਲੈਣਾ ਆ। ਫਿਰ ਅਸੀਂ ਲੈ ਕੇ ਸੈਂਟਰ ਦੇ ਵਿੱਚੋਂ ਉਹਨਾਂ ਦੇ ਤੇ ਅਸੀਂ ਜਿੰਨੀ ਬਰਾਬਰ ਦੂਰੀ ਅਸੀਂ ਸਟਿਚ ਦੀ ਰੱਖਣੀ ਆ ਉਹਦੇ ਵਿੱਚ ਅਸੀਂ ਚੇਨ ਸਟਿਚ ਦਾ ਜਿਹੜਾ ਆ ਟਾਂਕਾ ਅਸੀਂ ਉਹਦੇ ਵਿੱਚੋਂ ਕੱਢਦੇ ਹੋਏ ਅੱਗੇ ਜਾਣਾ ਆ। ਇਸ ਤਰ੍ਹਾਂ ਇਹ ਵਾਰ-ਵਾਰ ਕਰਨ ਦੇ ਨਾਲ ਸਾਡਾ ਜਿਹੜਾ ਆ ਤੇ ਇਹ ਸਟਿਚ ਤਿਆਰ ਹੋ ਜਾਂਦਾ ਹੈ। ਇਹ ਕਣਕ ਦੇ ਦਾਣਿਆਂ ਦੇ ਵਾਂਗ ਸਿੱਟਿਆਂ ਦੀ ਤਰ੍ਹਾਂ ਸਾਡਾ ਇਹ ਸਟਿਚ ਦਿਖਾਈ ਦਿੰਦਾ ਹੈ। ਅੱਗੇ ਬੇਟੇ ਆ ਗਿਆ ਸਾਡੇ ਕੋਲ ਤੇ ਚੈਕਡ ਚੇਨ ਸਟਿਚ। ਜਦੋਂ ਅਸੀਂ ਕੋਈ ਵੀ ਦੇਖਦੇ ਆ ਸਾਡੇ ਕਢਾਈ ਦੇ ਵਿੱਚ ਆ ਕੰਟਰਾਸਟ ਜਿਹੜਾ ਆ ਸਾਡੇ ਬਹੁਤ ਹੀ ਲਫ਼ਜ਼ ਮਹੱਤਵਪੂਰਨ ਆ ਕਢਾਈ ਦੇ ਵਿੱਚ ਆ। ਜਦੋਂ ਅਸੀਂ ਦੇਖਦੇ ਆ ਕਿ ਮੈਚਿੰਗ ਜਿਹੜਾ ਕੰਟਰਾਸਟ ਮੈਚਿੰਗ ਜਦੋਂ ਅਸੀਂ ਕੱਪੜਾ ਪਾਉਣਾ ਵੀ ਆ ਲੈਣਾ ਵੀ ਕਢਾਈ ਵੀ ਕਰਨੀ ਉਹਦੇ ਨਾਲ ਅਸੀਂ ਮੈਚਿੰਗ ਕੰਟਰਾਸਟ ਜਿਹੜਾ ਅਸੀਂ ਰੰਗ ਨੂੰ ਬਹੁਤ ਹੀ ਅਹਿਮੀਅਤ ਦਿੰਦੇ ਆ। ਇਸੇ ਤਰ੍ਹਾਂ ਇਹਦੇ ਵਿੱਚ ਅਸੀਂ ਦੇਖਦੇ ਆ ਕਿ ਦੋ ਰੰਗਾਂ ਦੇ ਅਸੀਂ ਕੰਟਰਾਸਟ ਕਲਰ ਦੇ ਧਾਗੇ ਸੂਈ ਦੇ ਵਿੱਚ ਇੱਕ ਵਾਰੀ ਪਾ ਲੈਂਦੇ ਆ। ਫਿਰ ਅਸੀਂ ਬਣੇ ਹੋਏ ਡਿਜ਼ਾਈਨ ਦੇ ਉੱਤੇ ਜਿਹੜਾ ਆ ਨੀਚੇ ਤੋਂ ਉੱਤੇ ਕੱਪੜੇ ਦੇ ਵਿੱਚੋਂ ਆਰ-ਪਾਰ ਸੂਈ ਫਰੇਮ ਲੱਗੇ ਦੇ ਵਿੱਚੋਂ ਅਸੀਂ ਕੱਢਦੇ ਆ ਤੇ ਉਹਦੇ ਵਿੱਚ ਬਰਾਬਰ ਦੂਰੀ ਤੇ ਅਸੀਂ ਜਦੋਂ ਇੱਕ ਟਾਂਕਾ
ਜਿਹੜਾ ਕੱਚੇ ਦਾ ਅਸੀਂ ਭਰਦੇ ਆ, ਉੱਪਰ ਜਿਹੜੇ ਕੰਟਰਾਸਟ ਰੰਗ ਦੇ 2 ਧਾਗੇ ਪਾਏ, ਇੱਕ ਧਾਗੇ ਨੂੰ ਲੈ ਕੇ ਅਸੀਂ ਸੂਈ ਦੇ ਉੱਪਰ ਦੀ ਉਹਦਾ ਬੇਟੇ ਵਲ ਦਿੰਦੇ ਆ ਤੇ ਫਿਰ ਉਹਨੂੰ ਸੂਈ ਨੂੰ ਅੱਗੇ ਨੂੰ ਕੱਢ ਲੈਂਦੇ ਆ। ਇਸੇ ਤਰ੍ਹਾਂ ਜਦੋਂ ਅਸੀਂ ਚੇਨ ਦਾ ਇਹ ਦੂਸਰਾ ਟਾਂਕਾ ਲੈਂਦੇ ਆ, ਫਿਰ ਅਸੀਂ ਦੂਸਰਾ ਜਿਹੜਾ ਧਾਗਾ ਆ, ਦੂਸਰੇ ਰੰਗ ਦਾ ਧਾਗਾ ਆ, ਉਹਦੇ ਨਾਲ ਅਸੀਂ ਇਹ ਸਟਿਚ ਦਾ ਵਲ ਲੈਣ ਲਈ ਅਸੀਂ ਸੂਈ ਦੇ ਉੱਪਰ ਦੀ ਧਾਗਾ ਦੂਸਰੇ ਧਾਗੇ ਨੂੰ ਅਸੀਂ ਘੁਮਾਉਂਦੇ ਆ। ਇਸ ਤਰ੍ਹਾਂ ਵਾਰ-ਵਾਰ ਬਦਲ ਕੇ ਅਸੀਂ ਧਾਗੇ ਜਦੋਂ ਅਸੀਂ ਸੂਈ ਦੇ ਉੱਪਰ ਦੀ ਵਲ ਰਾਹੀਂ ਕੱਢਦੇ ਆ ਤਾਂ ਇਹ ਸਾਡੇ ਇਸ ਤਰ੍ਹਾਂ ਬੜਾ ਹੀ ਖੂਬਸੂਰਤ ਜਿਹੜਾ ਇਹ ਸਟਿਚ ਤਿਆਰ ਹੋ ਜਾਂਦਾ ਹੈ ਕੰਟਰਾਸਟ ਚੇਨ ਸਟਿਚ ਦਾ। ਅੱਗੇ ਆ ਗਿਆ ਬੇਟੇ ਸਾਡੇ ਕੋਲ ਵਿਪਡ ਚੇਨ ਸਟਿਚ। ਵਿਪਡ ਹੋ ਗਿਆ ਫਿਰ ਲਪੇਟਣਾ। ਹੁਣ ਇਹਦੇ ਵਿੱਚ ਜਿੱਦਾਂ ਤੁਹਾਨੂੰ ਪਹਿਲਾਂ ਵੀ ਮੈਥਡ ਦੱਸੇ ਆ, ਇਹਦੇ ਵਿੱਚ ਅਸੀਂ ਮੈਥਡ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਜਦੋਂ ਅਸੀਂ ਕੋਈ ਵੀ ਸਟਿਚ ਨੂੰ ਲਪੇਟ ਕੇ ਉਹਦੇ ਸਟਿਚ ਤਿਆਰ ਕੀਤਾ ਹੈ, ਜਿਵੇਂ ਚੇਨ ਸਟਿਚ ਤਿਆਰ ਕੀਤੀ ਆ, ਉਹਦੇ ਵਿੱਚ ਕੰਟਰਾਸਟ ਧਾਗੇ ਨੂੰ ਲੈ ਕੇ ਉਹ ਕੱਪੜੇ ਦੇ ਵਿੱਚ ਨਹੀਂ ਅਸੀਂ ਜਾਣਾ, ਸਿਰਫ ਅਸੀਂ ਉੱਪਰ ਟਾਂਕੇ ਦੇ ਵਿੱਚ ਹੀ ਉਹਨੂੰ ਬਾਰ-ਬਾਰ ਜਿਹੜਾ ਆ ਅਸੀਂ ਉਹਨੂੰ ਉਹਦੇ ਟਾਂਕੇ ਦੇ ਵਿੱਚੋਂ ਆਰ-ਪਾਰ ਸੂਈ ਜਿਹੜੀ ਆ ਕੰਟਰਾਸਟ ਕਲਰ ਦੀ ਜਿਹੜੀ ਆ ਉਹ ਕੱਢਣੀ ਆ, ਜਿਵੇਂ ਅਸੀਂ ਤਸਵੀਰ ਦੇ ਵਿੱਚ ਦੇਖ ਰਹੇ ਆ। ਇਹ ਜਿਹੜਾ ਆ ਸਿਰਫ ਸਟਿਚ ਦੇ ਥੱਲੇ ਦੀ ਹੀ ਧਾਗਾ ਸਾਡਾ ਇਹ ਨਿਕਲਣਾ ਆ ਤੇ ਇਹ ਫਿਰ ਸਾਡਾ ਜਿਹੜਾ ਆ ਵਿਪਡ ਸਟਿਚ ਆ। ਲਪੇਟ ਕੇ ਚੇਨ ਸਟਿਚ ਨੂੰ ਅਸੀਂ ਜਿਹੜਾ ਆ ਉੱਪਰੋਂ ਕਵਰ ਕਰ ਦਿੰਦੇ, ਉਹ ਤਿਆਰ ਹੋ ਜਾਂਦਾ। ਅੱਗੇ ਆ ਗਿਆ ਬੇਟੇ ਸਾਡੇ ਬੈਕ ਸਟਿਚ। ਇਹਦੇ ਵਿੱਚ ਵੀ ਜਿੱਦਾਂ ਨਾਮ ਤੋਂ ਪਤਾ ਲੱਗਾ, ਬੈਕ ਸਟਿਚ ਸਟਿਚਡ ਚੇਨ ਸਟਿਚ। ਫਿਰ ਜਿਹੜਾ ਆ ਚੇਨ ਸਟਿਚ ਦੇ ਵਿਚਕਾਰ ਅਸੀਂ ਇੱਕ ਚੇਨ ਸਟਿਚ ਦੀ ਅਸੀਂ ਜਿਹੜੀ ਆ ਫਿਰ ਜਿਹੜੀ ਚੇਨ ਲਾਈਨ ਤਿਆਰ ਕਰ ਲੈਂਦੇ ਆ, ਡਿਜ਼ਾਈਨ ਦੇ ਵਿੱਚ ਅਸੀਂ ਉਹਨੂੰ ਬਣਾ ਲੈਂਦੇ ਆ। ਵਿੱਚ ਅਸੀਂ ਕੰਟਰਾਸਟ ਜਿਹੜਾ ਆ ਧਾਗਾ ਲੈ ਕੇ ਉਹਦੇ ਵਿੱਚ ਅਸੀਂ ਬੈਕ ਸਟਿਚ ਨੂੰ ਖਾਲੀ ਜਗ੍ਹਾ ਨੂੰ ਭਰਦੇ ਹੋਏ ਇਹ ਸਟਿਚ ਤਿਆਰ ਕਰਦੇ ਆ ਤੇ ਇਸ ਤਰ੍ਹਾਂ ਸਾਡਾ ਬੈਕ ਸਟਿਚ ਜਿਹੜਾ ਆ ਚੇਨ ਤਿਆਰ ਹੋ ਜਾਂਦਾ। ਬੇਟਾ ਇਹਨਾਂ ਸਾਰਿਆਂ ਦੀ ਹੁਣ ਚੇਨ ਸਟਿਚ ਹੁਣ ਅਸੀਂ ਦੇਖਦੇ ਆ ਕਿ ਨੋਟਡ ਸਟਿਚ, ਗੰਢ ਸਟਿਚ। ਇਹਨੂੰ ਅਸੀਂ ਗੰਢ ਸਟਿਚ ਵੀ ਅਸੀਂ ਕਹਿ ਸਕਦੇ ਹਾਂ। ਤੇ ਗੰਢ ਸਟਿਚ ਕੀ ਹੁੰਦੀ ਹੈ, ਜਿਵੇਂ ਅਸੀਂ ਦੇਖਿਆ ਕਿ ਜਿਹੜੇ ਆ ਚੇਨ ਦੇ ਵਿੱਚ ਅਸੀਂ ਲੂਪ ਛੱਡੀ ਆ, ਹੁਣ ਇਹ ਨੋਟ ਸਟਿਚ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਆ, ਜਿਹਦੇ ਵਿੱਚ ਆ ਵੀ ਅਸੀਂ ਦੇਖਦੇ ਆ ਕਿ ਜਿਹੜਾ ਆ ਵੀ ਕੋਈ ਵੀ ਅਸੀਂ ਸਟਿਚ ਲੈਂਦੇ ਆ ਉਹਦੇ ਉੱਪਰ ਸਾਡੇ ਗੰਢ ਜਿਹੀ ਆ ਤੇ ਅਸੀਂ ਬਲ ਅਸੀਂ ਸੂਈ ਦਾ ਇਸ ਤਰ੍ਹਾਂ ਦਿੰਦੇ ਆ ਤੇ ਉਹ ਜਿਹੜਾ ਕੱਪੜੇ ਦੇ ਉੱਪਰ ਇੱਕ ਉੱਪਰਮਾ ਜਿਹਾ ਰੂਪ ਰਹਿ ਜਾਂਦਾ ਆ। ਇਹਦੇ ਵਿੱਚ ਅਸੀਂ ਜਿਹੜੇ ਸਟਿਚ ਨੂੰ ਅਸੀਂ ਗੰਢ ਦੇ ਕੇ ਤਿਆਰ ਕਰਦੇ ਆ ਉਹ ਸਾਡੇ ਕੋਲ ਕੀ ਆ ਜਾਂਦੇ, ਨੋਟਡ ਸਟਿਚ। ਇਹਦੇ ਵਿੱਚ ਬੇਟੇ ਕੀ ਆ ਵੀ ਅਸੀਂ ਵੱਖ-ਵੱਖ ਤਰ੍ਹਾਂ ਦੇ ਨਾਲ ਜਿਹੜੇ ਆ ਇਹ ਸਟਿਚ ਤਿਆਰ ਕਰ ਸਕਦੇ ਆ ਤੇ ਇਹਨਾਂ ਸਟਿਚਾਂ ਨੂੰ ਅਸੀਂ ਜਿਵੇਂ ਫ੍ਰੈਂਚ ਨੋਟ ਸਟਿਚ, ਬੁਲੀਅਨ ਸਟਿਚ ਤੇ ਕੋਰਲ ਜਿਹੜਾ ਆ ਨੋਟ ਸਟਿਚ, ਜਿਗ-ਜੈਗ ਕੋਰਲ ਸਟਿਚ ਤੇ ਸਕਰੋਲ ਜਿਹੜਾ ਸਟਿਚ ਵੱਖ-ਵੱਖ ਨਾਮਾਂ ਦੇ ਨਾਲ ਅਸੀਂ ਜਾਣਦੇ ਹਾਂ। ਹੁਣ ਸਾਡੇ ਕੋਲ ਪਹਿਲਾਂ ਆ ਗਿਆ ਫ੍ਰੈਂਚ ਨੋਟ ਸਟਿਚ। ਇਹਨੂੰ ਅਸੀਂ ਬੂਰ ਟਾਂਕਾ ਵੀ ਕਹਿੰਦੇ ਆ। ਇਹ ਜਿਹੜਾ ਆ ਵੀ ਅਸੀਂ ਜਦੋਂ ਵੀ ਇੱਕ ਸਟਿਚ ਨੂੰ ਜਿਹੜਾ ਆ ਅਸੀਂ ਕੱਪੜੇ ਦੇ ਵਿੱਚੋਂ ਸੂਈ ਕੱਢ ਕੇ ਉੱਪਰ ਅਸੀਂ ਸੂਈ ਦੇ 2-3 ਧਾਗਿਆਂ ਦੇ ਵਾਲ ਦੇ ਕੇ ਅਸੀਂ ਸੂਈ ਨੂੰ ਵਿੱਚ ਜਿਹੜਾ ਕੱਢ ਦਿੰਦੇ ਆ, ਇਸ ਨੀਚੇ ਨੂੰ ਅਸੀਂ ਕੱਢਦੇ ਆ, ਉਹ ਜਿਹੜਾ ਆ ਸਾਡਾ ਤੇ ਉੱਪਰਲੇ ਪਾਸੇ ਉੱਪਰਮਾ ਇੱਕ ਗੰਢ ਦੀ ਤਰ੍ਹਾਂ ਜਿਹੜੀ ਕਢਾਈ ਸਾਡੇ ਕੋਲ ਸਾਹਮਣੇ ਆਉਂਦੀ ਆ, ਉਹਨੂੰ ਅਸੀਂ ਕਹਿੰਦੇ ਆ ਫ੍ਰੈਂਚ ਨੋਟ ਸਟਿਚ, ਬੂਰ ਸਟਿਚ। ਤੇ ਇਹ ਜਿਹੜੀਆਂ ਫੁੱਲਾਂ ਦੇ ਵਿੱਚ ਸੈਂਟਰ ਉਹਦਾ ਭਰਨੇ ਦੇ ਲਈ ਜਾਂ ਛੋਟੇ-ਛੋਟੇ ਜਿਵੇਂ ਅਸੀਂ ਬੁਲੀਅਨ ਸਮੋਕਿੰਗ ਵਗੈਰਾ ਦੀਆਂ ਅਸੀਂ ਫਰਾਕਾਂ ਬਣਾਉਂਦੇ, ਉਹਨਾਂ ਦੇ ਵਿੱਚ ਅਸੀਂ ਇੱਕ ਮੋਤੀ ਦੇ ਤੌਰ ਤੇ ਇਸ ਸਟਿਚ ਨੂੰ ਵੱਖ-ਵੱਖ ਰੰਗਾਂ ਦੇ ਨੂੰ ਵਰਤ ਕੇ ਵੀ ਤਿਆਰ ਕਰ ਸਕਦੇ ਹਾਂ। ਹੁਣ ਬੇਟੇ ਇਹਨੂੰ ਅਸੀਂ ਕਰਨਾ ਕਿੱਦਾਂ ਆ, ਅਸੀਂ ਥੱਲਿਓਂ ਕੱਪੜੇ ਦੇ ਵਿੱਚੋਂ ਅਸੀਂ ਡਿਜ਼ਾਈਨ ਦੇ ਵਿੱਚ ਜਿੱਥੇ ਅਸੀਂ ਬਣਾਉਣਾ ਇਹ ਸੂਈ ਬਾਹਰ ਕੱਢ ਕੇ ਉਹਦੇ ਉੱਪਰ ਅਸੀਂ ਸਿਰਫ 1-2 ਵਲ ਅਸੀਂ 2-3 ਜਾਂ ਧਾਗੇ ਦੇ ਅਨੁਸਾਰ ਜੇ ਮੋਟੇ ਆ ਤਾਂ ਫਿਰ ਇੱਕ ਆ, ਜੇ ਬਰੀਕ ਧਾਗਾ ਤਾਂ ਫਿਰ ਅਸੀਂ 2-3 ਵਲ ਦੇ ਕੇ ਜਿੱਥੋਂ ਸੂਈ ਉੱਪਰ ਕੱਢੀ ਉੱਥੇ ਤੋਂ ਹੀ ਅਸੀਂ ਵਲ ਨੂੰ ਅਸੀਂ ਖੱਬੇ ਹੱਥ ਨਾਲ ਫੜਨਾ ਤੇ ਹੌਲੀ-ਹੌਲੀ ਨੀਚੇ ਜਿਹੜਾ ਸੂਈ ਨੂੰ ਉਤਾਰ ਕੇ ਨੀਚੇ ਨੂੰ ਸੂਈ ਖਿੱਚਣੀ। ਉਦੋਂ ਤੱਕ ਅਸੀਂ ਖੱਬੇ ਹੱਥ ਦਾ ਵਲ ਢਿੱਲਾ ਨਹੀਂ ਛੱਡਣਾ ਜਦੋਂ ਤੱਕ ਸਾਡਾ ਪੂਰਾ ਕੱਪੜੇ ਦੇ ਵਿੱਚ ਥੱਲੇ ਤੱਕ ਧਾਗਾ ਨਹੀਂ ਚਲਿਆ ਜਾਂਦਾ। ਜੇ ਉੱਪਰ ਰਹਿ ਜਾਵੇ ਤਾਂ ਫਿਰ ਸਾਡੇ ਇਹ ਲੂਜ਼ ਸਟਿਚ ਰਹਿ ਜਾਂਦਾ ਹੈ। ਇਸ ਤਰ੍ਹਾਂ ਬਾਰ-ਬਾਰ ਕਰਨ ਦੇ ਨਾਲ ਆ ਜਿਹੜਾ ਇਹ ਸਾਡੇ ਬੂਰ ਸਟਿਚ
ਤਿਆਰ ਹੋ ਜਾਂਦਾ। ਅੱਗੇ ਬੇਟੇ ਸਾਡੇ ਕੋਲ ਆ ਗਿਆ ਬੁਲੀਅਨ ਸਟਿਚ। ਇਹ ਬੁਲੀਅਨ ਸਟਿਚ ਵੀ ਇਸੇ ਤਰ੍ਹਾਂ ਹੀ ਹੁੰਦਾ ਆ ਵੀ ਦੇਖਣ ਨੂੰ ਆ ਜਿੱਦਾਂ ਅਸੀਂ ਕੱਪੜੇ ਆਈ ਜਿਹੜੀ ਬਣਾਉਨੇ ਆ ਜਾਂ ਅਸੀਂ ਰਾਉਂਡ ਜਿਹੜੀ ਆ ਅਸੀਂ ਸਾਟਨ ਜਿਹੜੀ ਆ ਪੈਂਡਿੰਗ ਦੀ ਬਣਦੀ ਆ ਉਹਦੇ ਵਾਂਗ ਸਾਨੂੰ ਇਹ ਥੋੜਾ ਥੋੜਾ ਵਾਲ ਜਿਹੇ ਦਿਸਦੇ ਆ। ਹੁਣ ਇਹਦੇ ਵਿੱਚ ਕੀ ਕਰਨਾ, ਅਸੀਂ ਨੀਚੇ ਤੋਂ ਜਿੱਥੇ ਅਸੀਂ ਇਹਦੇ ਛੋਟੇ ਛੋਟੇ ਅਸੀਂ ਫਲਾਵਰ ਤੇ ਪੱਤੀਆਂ ਵੀ ਅਸੀਂ ਬਣਾਉਂਦੇ ਆ ਤੇ ਜਦੋਂ ਅਸੀਂ ਦੇਖਦੇ ਆ ਵੀ ਇਹ ਕੱਪੜੇ ਦੇ ਵਿੱਚੋਂ ਅਸੀਂ ਸੂਈ ਬਾਹਰ ਕੱਢਦੇ ਆ, ਜਿਵੇਂ ਨੋਟ ਸਟਿਚ ਦੇ ਵਿੱਚ ਅਸੀਂ ਸਿਰਫ 2-3 ਬਲ ਰਹੇ ਆ, ਇੱਥੇ ਜਿੰਨੀ ਅਸੀਂ ਜਿਹੜੀ ਆ ਸ਼ੇਪ ਜਿਹੜੀ ਸਾਨੂੰ ਅਸੀਂ ਦੇਣੀ ਹੁੰਦੀ ਆ ਇਹ ਲਚਕੀਲੀ ਹੁੰਦੀ ਆ ਤੇ ਉਹਦੇ ਤਰ੍ਹਾਂ ਇਹ ਸੂਈ ਨੂੰ ਬਾਹਰ ਕੱਢ ਕੇ ਅਸੀਂ 7-8 ਟਾਂਕੇ ਸੌਰੀ ਵਾਲ ਜਿਹੜੇ ਅਸੀਂ ਸੂਈ ਦੇ ਉੱਪਰ ਇਸ ਧਾਗੇ ਦੇ ਅਸੀਂ ਦੇ ਦਿੰਨੇ ਆ ਤੇ ਫਿਰ ਅਸੀਂ ਇਹਨੂੰ ਇੱਕ ਕੱਚੇ ਦੀ ਤਰ੍ਹਾਂ ਧਾਗਾ ਟਾਂਕਾ ਪਹਿਲਾਂ ਲਿਆ ਹੁੰਦਾ ਆ ਤੇ ਉਹਦੇ ਉੱਪਰ ਅਸੀਂ 7-8 ਵਾਲ ਜਿਹੜੇ ਧਾਗੇ ਦੇ ਪਾਉਂਦੇ ਆ, ਫਿਰ ਅਸੀਂ ਇਹਨੂੰ ਰਿਵਰਸ ਖਿੱਚਦੇ ਆ। ਨੀਚੇ ਇੱਕ ਕੱਚੇ ਦਾ ਰੂਪ ਰਹਿ ਜਾਂਦਾ ਤੇ ਉੱਪਰ ਜਿਹੜਾ ਆ ਉਹਨੂੰ ਕਵਰ ਜਿਹੜਾ ਇਹ ਵਾਲ ਉਸ ਕੱਚੇ ਨੂੰ ਕਵਰ ਕਰਦੇ ਹੋਏ ਇਹ ਇੱਕ ਸ਼ੇਪ ਜਾਂ ਅਸੀਂ ਇਹਨੂੰ ਗਲਾਈ ਦੇ ਵਿੱਚ ਆ ਜਾਂ ਛੋਟੇ ਛੋਟੇ ਅਸੀਂ ਇਹਨੂੰ ਫੁੱਲਾਂ ਦੇ ਰੂਪ ਦੇ ਵਿੱਚ ਅਸੀਂ ਬਣਾਉਂਦੇ ਆ। ਜਦੋਂ ਫਿਰ ਦੁਬਾਰਾ ਅਸੀਂ ਟਾਂਕਾ ਲੈਣਾ ਹੁੰਦਾ ਜਿਹਦੇ ਉੱਪਰ ਦੀ ਅਸੀਂ ਘੁਮਾਉਣਾ ਹੋਵੇ ਫਿਰ ਮਾਈਨਸ ਦੀ ਤਰ੍ਹਾਂ ਅਸੀਂ ਤਿਰਛਾ ਕੱਚਾ ਡਾਇਗੋਨਲ ਸਟਿਚ ਲੈ ਕੇ ਦੁਬਾਰਾ ਫਿਰ ਇਸੇ ਤਰ੍ਹਾਂ ਵਲ ਲੈ ਕੇ ਉਹਨੂੰ ਰਿਵਰਸ ਖਿੱਚ ਕੇ ਜਿਹੜੀ ਆ ਉਹਨੂੰ ਆਪਣੀ ਜ਼ਰੂਰਤ ਅਨੁਸਾਰ ਜਿਹੜੀ ਸ਼ੇਪ ਦੇ ਕੇ ਤਿਆਰ ਕਰ ਸਕਦੇ ਆ। ਇਸ ਤਰ੍ਹਾਂ ਸਾਡਾ ਬੁਲੀਅਨ ਸਟਿਚ ਤਿਆਰ ਹੋ ਜਾਂਦਾ ਹੈ। ਅੱਗੇ ਬੇਟੇ ਸਾਡੇ ਕੋਲ ਆ ਗਿਆ ਤੇ ਕੋਰਲ ਨੋਟ ਸਟਿਚ। ਕੋਰਲ ਨੋਟ ਸਟਿਚ ਦੇ ਵਿੱਚ ਆ ਗਿਆ ਸਾਡੇ ਵੀ ਜਿਹੜਾ ਅਸੀਂ ਕੁਛ ਦੂਰੀ ਤੇ ਥੋੜੀ ਥੋੜੀ ਦੂਰੀ ਤੇ ਜਦੋਂ ਅਸੀਂ ਜਿਹੜਾ ਆ ਵੀ ਅਸੀਂ ਕਿਸੇ ਜਿੱਦਾਂ ਹੁਣ ਡਾਣੀਆਂ ਆ ਜਿਵੇਂ ਅਸੀਂ ਦੇਖਿਆ ਤੇ ਉਹਦੇ ਵਿੱਚ ਛੋਟੇ ਛੋਟੇ ਹਜੇ ਫੁੱਟਦੇ ਪਏ ਆ ਕੰਗੀਰੇ ਜਿਹੇ ਤੇ ਉਹਦੇ ਵਿੱਚ ਅਸੀਂ ਦਿਖਾਣਾ ਹੋਵੇ ਤੇ ਫਿਰ ਅਸੀਂ ਥੋੜੀ ਥੋੜੀ ਦੂਰੀ ਤੇ ਆ ਇਹ ਜਿਹੜਾ ਆ ਆਪਣੇ ਨੋਟਲ ਸਟਿਚ ਗੰਢ ਸਟਿਚ ਨੂੰ ਅਸੀਂ ਵਰਤਦੇ ਆ। ਉਹ ਜਿਹੜਾ ਸਾਡਾ ਮੈਥਡ ਜਿਹੜਾ ਆ ਜਾਂਦਾ ਆ ਕੋਰਲ ਨੋਟਲ ਸਟਿਚ ਆ ਜਾਂਦਾ। ਇਹਨੂੰ ਅਸੀਂ ਸਿਪੀ ਸਟਿਚ ਵੀ ਕਹਿ ਸਕਦੇ ਕਹਿੰਦੇ ਆ। ਇਹਦੇ ਵਿੱਚ ਕੀ ਆ ਥੋੜਾ ਜਿਹਾ ਅਸੀਂ ਕੱਚੇ ਦਾ ਜਿਹੜਾ ਸਟਿਚ ਲੈ ਲੈਣਾ ਆ ਫਿਰ ਅਸੀਂ ਉਹਦੇ ਉੱਪਰ ਆ ਫਿਰ ਬਲ ਮਾਰ ਕੇ ਜਿਹੜਾ ਆ ਕੱਚੇ ਦੇ ਉੱਤੇ ਅਸੀਂ ਬਾਹਰ ਸੂਈ ਕੱਢ ਕੇ ਫਿਰ ਦੁਬਾਰਾ ਉਸ ਜਿਹੜਾ ਅੱਗੇ ਨੂੰ ਟਾਂਕਾ ਗਿਆ ਆ ਉਹਦੇ ਵਿਚਕਾਰ ਦੀ ਦੁਬਾਰਾ ਸੂਈ ਕੱਢ ਕੇ ਅਸੀਂ ਉੱਪਰ ਇੱਕ ਗੰਢ ਤਿਆਰ ਕਰਦੇ ਆ ਤੇ ਇਸ ਤਰ੍ਹਾਂ ਵਾਰ-ਵਾਰ ਕਰਨ ਦੇ ਨਾਲ ਇਹ ਸਾਡਾ ਸਟਿਚ ਜਿਹੜਾ ਤਿਆਰ ਹੋ ਜਾਂਦਾ। ਜਦੋਂ ਅਸੀਂ ਕੋਈ ਸਿੱਪੀ ਜਾਂ ਸਤਾਰਾ ਲਾਉਣਾ ਹੋਵੇ ਫਿਰ ਵੀ ਅਸੀਂ ਇਸ ਸਟਿਚ ਦੇ ਨਾਲ ਹੀ ਉਹਨੂੰ ਜਿਹੜਾ ਆ ਤਿੱਲੇ ਦੇ ਨਾਲ ਜਾਂ ਕਿੱਦਾਂ ਵੀ ਅਸੀਂ ਅੱਡੇ ਤੇ ਇਹਦਾ ਇਸਤੇਮਾਲ ਕਰਦੇ ਆ। ਅੱਗੇ ਆ ਗਿਆ ਸਾਡੇ ਤੇ ਜਿਗ ਜੈਗ ਕੋਰਲ ਸਟਿਚ। ਇਹਦੇ ਵਿੱਚ ਬੇਟੇ ਜਿੱਦਾਂ ਨਾਮ ਤੋਂ ਹੀ ਹੋ ਗਿਆ ਵੀ ਇਹ ਜਿਹੜਾ ਡਿਜ਼ਾਈਨ ਆ ਪੈਰਲਲ 2 ਲਾਈਨਾਂ ਦੇ ਵਿੱਚ ਆ। ਇੱਕ ਜਿਗ ਜੈਗ ਤਿਰਛੇ ਰੂਪਾਂ ਦੇ ਵਿੱਚ ਅਸੀਂ ਇਹਦੇ ਵਿੱਚ ਡਾਇਗੋਨਲ ਸਟਿਚ ਕੱਚੇ ਦਾ ਲੈ ਕੇ ਅਸੀਂ ਉਹਦੇ ਕਿਨਾਰਿਆਂ ਨੂੰ ਜਿਹੜੇ ਨੁਕਰਾਂ ਆ ਜਿੱਥੇ 20 ਸਾਡੇ ਬਣਦੀ ਆ ਉੱਥੇ ਅਸੀਂ ਇਹ ਗੰਢ ਸਟਿਚ ਦੀ ਵਰਤੋਂ ਇਹਦੇ ਨਾਲ ਅਸੀਂ ਕਰਦੇ ਆ। ਅੱਗੇ ਬੇਟੇ ਆ ਗਿਆ ਸਾਡੇ ਕੋਲ ਪੇ ਸਕਰੋਲ ਸਟਿਚ। ਹੁਣ ਅਸੀਂ ਇਹ ਜਿਹੜਾ ਆ ਗੰਢ ਸਟਿਚ ਆ ਸਿੱਪੀ ਸਟਿਚ ਆ ਸਾਡਾ ਇਹਨੂੰ ਅਸੀਂ ਵੀ ਇੱਕ ਛੋਟੇ ਛੋਟੇ ਸਕਰੋਲਾਂ ਦੇ ਤੌਰ ਤੇ ਵੀ ਜਿੱਦਾਂ ਅਸੀਂ ਛੋਟਾ ਜਿਹਾ ਦੇਖਿਆ ਵੀ ਅਸੀਂ ਕੱਚਾ ਇੱਕ ਲੈਨੇ ਆ ਵੀ ਇੱਕ ਸਿੰਪਲ ਬਲ ਅਸੀਂ ਮਾਰ ਲਿਆ ਬਲ ਦੇ ਜਿਹੜਾ ਆ ਬਲ ਥੱਲੇ ਆ ਉੱਪਰ ਦੀ ਅਸੀਂ ਇੱਕ ਬਰੀਕ ਜਿਹਾ ਅਸੀਂ 2 ਪੁਆਇੰਟ ਦਾ ਜਿਹੜਾ ਇੱਕ ਕੱਚੇ ਦਾ ਟਾਂਕਾ ਲਿਆ ਫਿਰ ਇਹਦੇ ਉੱਪਰ ਅਸੀਂ ਜਿਹੜਾ ਵੀ ਧਾਗੇ ਦਾ ਬਲ ਦਵਾਇਆ ਆ ਅਸੀਂ ਰਿਵਰਸ ਮਾਰਨਾ ਤੇ ਫਿਰ ਅਸੀਂ ਸੂਈ ਨੂੰ ਅੱਗੇ ਕਰਦੇ ਆ। ਇਸ ਤਰ੍ਹਾਂ ਜਦੋਂ ਅਗਲਾ ਟਾਂਕਾ ਫਿਰ ਅਸੀਂ ਉਸੇ ਤਰ੍ਹਾਂ ਤੇ ਅੱਗੇ ਧਾਗਾ ਕਰਕੇ ਉਹਨੂੰ ਬਲ ਮਾਰ ਕੇ ਅਸੀਂ ਇਹ ਸਟਿਚ ਤਿਆਰ ਕਰਦੇ ਆ। ਬੇਟੇ ਇਹ ਸੀ ਸਾਡੇ ਹੁਣ ਸਾਰੇ ਸਾਡੇ ਜਿਹੜੇ ਆ ਸਟਿਚ। ਹੁਣ ਅਸੀਂ ਦੇਖਦੇ ਆ ਕਿ ਜਿੰਨਾ ਸਟਿਚਾਂ ਬਾਰੇ ਆ ਬੇਟੇ ਜੇ ਤੁਹਾਨੂੰ ਕੋਈ ਵੀ ਕੁਐਸਚਨ ਪੁੱਛਣਾ ਆ ਤੁਸੀਂ ਪੁੱਛ ਸਕਦੇ ਹੋ ਇਹਨਾਂ ਦੇ ਬਾਰੇ। ਇਹ ਸਾਡਾ ਟੌਪਿਕ ਇੱਥੇ ਖਤਮ ਹੁੰਦਾ ਆ। ਅਗਲੇ ਲੈਸਨ ਦੇ ਵਿੱਚ ਅਸੀਂ ਜਿਹੜੇ ਆ ਮਸ਼ੀਨੀ ਸਟਿਚਾਂ ਬਾਰੇ ਬੇਟੇ ਜਾਣਕਾਰੀ ਹਾਸਲ ਕਰਾਂਗੇ। जी मैम अनम्यूट कर लियो जी। हेलो
ਅੱਗੇ ਬੇਟੇ ਸਾਡਾ ਮਿਸ਼ਨ ਫਤਿਹ ਆ, ਜਿਹੜਾ ਅਸੀਂ ਅੱਜ ਦੀ ਰੋਜ਼ਮर्रा ਦੀ ਜਿਹੜੀ ਆ ਮਹਾਮਾਰੀ ਦੀ ਬਿਮਾਰੀ ਫੈਲੀ ਹੋਈ ਆ, ਉਹ ਤੋਂ ਬਚਣ ਲਈ ਸਾਨੂੰ ਬੜੀ ਸੇਫਟੀ ਦੇ ਨਾਲ ਰਹਿਣਾ ਚਾਹੀਦਾ ਆ ਤੇ ਸਾਵਧਾਨੀਆਂ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਤੰਦਰੁਸਤ ਰੱਖਣ ਤੇ ਆਲੇ ਦੁਆਲੇ ਨੂੰ ਸਹੀ ਰੱਖਣ ਦਾ ਸਾਨੂੰ ਤੇ ਤੰਦਰੁਸਤੀ ਆਲੇ ਦੁਆਲੇ ਵੀ ਜਾਣਕਾਰੀ ਇਹਦੇ ਬਾਰੇ ਦਿੰਦੇ ਹੋਏ ਤੇ ਆਪਣੀ ਵੀ ਤੇ ਜਿਹੜੀ ਆ ਇਸਤੇਮਾਲ ਕਰਦੇ ਹੋਏ ਲਾਈਫ ਨੂੰ ਜੀਣਾ ਚਾਹੀਦਾ। ਹਾਂਜੀ ਬੇਟੇ, ਕੋਈ ਸਮਝ ਲੱਗੀ ਤਾਂ ਤੁਸੀਂ ਪੁੱਛ ਸਕਦੇ ਆ। ਲੱਗੇ ਸਮਝ ਸਾਰੀ? ਚਲੋ ਮੈਂ ਸਾਰੇ ਪਾਰਟਿਸਿਪੇਟ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਟਾਈਮ ਕੱਢ ਕੇ ਸੁਣੇ ਆ ਤੇ ਮੈਂ ਆਸ ਕਰਦੀ ਹਾਂ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਵੀ ਇਹਨਾਂ ਨੂੰ ਪੂਰਾ ਨਿਭਾਓਗੇ। ਹਾਂਜੀ ਠੀਕ ਹੈ ਮੈਮ, ਹੈਲੋ ਥੈਂਕ ਯੂ ਸੋ ਮਚ ਜੀ ਮੈਮ, ਥੈਂਕ ਯੂ। ਓਕੇ, ਥੈਂਕ ਯੂ ਮੈਡਮ ਜੀ ਤੁਹਾਡਾ।